जिस धरती ते खड़े आ भावें खंडरात ने, बड़ा वड्डा किला कह, दरवाजे अज भी मौजूद ने, कुछ टुट चुके सन, कुछ दोबारा तैयार करवाए गए ने। ये महल किन्हां दा सी? ਪੰਜਾਬ ਨੂੰ ਲੋਧੀਆਂ ਦੇ ਰਾਜ ਦੇ ਵੇਲੇ ਦੌਲਤ ਖਾਂ ਲੋਧੀ ਨੂੰ ਦਿੱਤਾ ਗਿਆ ਐਜ਼ ਏ ਗਵਰਨਰ, ਕਿਉਂਕਿ ਇਹ ਇਲਾਕਾ ਦੌਲਤ ਖਾਂ ਲੋਧੀ ਦੀ ਜ਼ਗੀਰ ਸੀ। ਇਸ ਸ਼ਹਿਰ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦਾ ਹੁਕਮ ਦਿੱਤਾ ਸੀ ਮਹਿਮੂਦ ਗਜ਼ਨਵੀ ਨੇ। ਕਈ ਵਾਰ ਇੱਥੇ ਕਤਲੋ ਗਾਰਤ ਲੁੱਟਮਾਰ ਹੋਣ ਕਰਕੇ ਇਸ ਸ਼ਹਿਰ ਦਾ ਬਿਲਕੁਲ ਨਾਮੋ ਨਿਸ਼ਾਨ ਹੀ ਮਿਟ ਗਿਆ ਸੀ। ਇੱਥੇ ਹੀ ਦੋ ਬਾਦਸ਼ਾਹ ਵੱਡੇ ਪੜ੍ਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦਾ ਸਬਬ ਵੀ ਇਸ ਮਸਜਿਦ ਦੇ ਨਾਲ ਜੁੜਦਾ ਕਿ ਜੇ ਤੁਹਾਡੇ ਵਾਸਤੇ ਸਭ ਕੁਝ ਸਾਂਝਾ ਹੈ, ਜੇ ਤੁਸੀਂ ਸਾਰਿਆਂ ਦੇ ਸਾਂਝੇ ਹੋ, ਤੁਹਾਡੇ ਲਈ ਕੋਈ ਬੇਗਾਨਾ ਨਹੀਂ, ਤਾਂ ਆਓ ਫਿਰ ਸਾਡੇ ਨਾਲ ਮਸਜਿਦ ਵਿੱਚ ਚੱਲੋ ਤੇ ਜਾ ਕੇ ਨਮਾਜ਼ ਪੜ੍ਹੋ। ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ। ਜੇ ਕੋਈ ਗਲਤੀ ਨਾਲ ਵੀ ਇਹ ਸ਼ਬਦ ਬੋਲ ਦਿੰਦਾ ਸੀ ਤਾਂ ਉਹਨਾਂ ਦਾ ਰਾਜ ਸੀ, ਉਹ ਗਰਦਨ ਤੇ ਤਲਵਾਰ ਰੱਖ ਦਿੰਦੇ ਸਨ ਵੀ ਤੂੰ ਹੁਣ ਕਲਮਾ ਪੜ੍ਹ ਲਿਆ, ਤੂੰ ਹੁਣ ਮੁਸਲਮਾਨ ਹੈ, ਤੇ ਜੇ ਤੂੰ ਇਨਕਾਰ ਕਰੇਗਾ ਮੈਂ ਮੁਸਲਮਾਨ ਨਹੀਂ ਤਾਂ ਕੁਫਰ ਦਾ ਫਤਵਾ ਲਾ ਕੇ ਤੈਨੂੰ ਕਤਲ ਕੀਤਾ ਜਾਊਗਾ। ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਨਾਨਕ ਮੁਸਲਮਾਨ ਹੋ ਚੱਲਿਆ, ਨਾਨਕ ਮੁਸਲਮਾਨ ਹੋ ਚੱਲਿਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਬਖੂ ਵੱਲੋਂ ਸਵਾਗਤ ਹੈ। ਦਰਸ਼ਕੋ, ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ। ਤੇ ਕੱਲ੍ਹ ਮੈਂ ਤੁਹਾਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਲੈ ਕੇ ਨਹੀਂ ਆਇਆ। ਮੈਂ ਜਿਸ ਜਗ੍ਹਾ ਦੇ ਉੱਪਰ ਖਲੋਤਾ ਹੋਇਆ ਹਾਂ, ਇਹ ਕਿਸੇ ਵੇਲੇ ਬਹੁਤ ਵੱਡੇ ਬਾਦਸ਼ਾਹ ਨਵਾਬ ਦੌਲਤ ਖਾਂ ਲੋਧੀ ਦਾ ਇੱਕ ਬਹੁਤ ਵੱਡਾ ਮਹਿਲ ਹੋਇਆ ਕਰਦਾ ਸੀ, ਜਿੱਥੋਂ ਅਨੇਕ ਪ੍ਰਕਾਰ ਦੀਆਂ ਗਤੀਵਿਧੀਆਂ ਅੱਗੇ ਚੱਲਦੀਆਂ ਹੁੰਦੀਆਂ ਸਨ। ਤੇ ਜੇ ਮੈਂ ਬਿਲਕੁਲ ਪਿੱਛੇ ਤੁਹਾਡੀ ਝਾਤ ਪਵਾਵਾਂ ਤੇ ਪਿੱਛੇ ਬੜੀ ਛੋਟੀ ਜਿਹੀ ਇੱਕ ਮਸਜਿਦ ਨਜ਼ਰ ਆਵੇਗੀ, ਜਿਹਨੂੰ ਕਿਸੇ ਵੇਲੇ ਸਫੇਦ ਮਸਜਿਦ ਦਾ ਨਾਮ ਦਿੱਤਾ ਗਿਆ ਸੀ। ਬਕਾਇਦਾ ਡਾਕੂਮੈਂਟ ਦੇ ਅੰਦਰ ਇਸ ਗੱਲ ਦੇ ਪ੍ਰੂਫ ਮਿਲਦੇ ਨੇ ਕਿ ਬਹੁਤ ਵੱਡੇ ਮੁਗਲ ਬਾਦਸ਼ਾਹ ਜੋ ਸਮਾਂ ਪਾ ਕੇ ਭਾਰਤ ਦੇ ਸਭ ਤੋਂ ਵੱਧ ਆਪਣੇ ਆਪ ਨੂੰ ਸ਼ਕਤੀਸ਼ਾਲੀ ਸ਼ਾਸਕ ਅਖਵਾਉਂਦੇ ਸਨ, ਇਸੇ ਮਸਜਿਦ ਦੇ ਵਿੱਚੋਂ ਪੜ੍ਹੇ ਹੋਏ ਨੇ। ਬੜੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਅੱਜ ਮੇਰੇ ਨਾਲ ਨੇ ਬੜੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਕਰੀਬ 2007 ਤੋਂ ਲੈ ਕੇ 2020 ਚੱਲਦਾ ਪਿਆ, ਲਗਾਤਾਰ 13-14 ਸਾਲ ਆਪਣੀਆਂ ਸੇਵਾਵਾਂ ਇਹਨਾਂ ਨੇ ਨਿਭਾਈਆਂ ਨੇ। ਕਾਫੀ ਚੀਜ਼ਾਂ ਅੱਖੀਂ ਵੇਖੀਆਂ ਨੇ, ਕਾਫੀ ਚੀਜ਼ਾਂ ਹਿਸਟਰੀ ਵਿੱਚੋਂ ਪੜ੍ਹੀਆਂ ਨੇ, ਤੇ ਜਿੱਥੇ ਅਸੀਂ ਮੌਜੂਦਾ ਹੁੰਦੇ ਹਾਂ ਉੱਥੇ ਕੁਝ ਸਥਾਨਕ ਲੋਕਾਂ ਦੇ ਕੋਲ ਐਸੀਆਂ ਸਾਨੂੰ ਜਾਣਕਾਰੀਆਂ ਮੁਹੱਈਆ ਹੋ ਜਾਂਦੀਆਂ ਨੇ ਜਿਹੜੀਆਂ ਕਈ ਵਾਰੀ ਕਿਤਾਬਾਂ ਦੇ ਵਿੱਚ ਨਹੀਂ ਆਉਂਦੀਆਂ। ਆਓ ਇਹਨਾਂ ਦੇ ਕੋਲੋਂ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਜਿਸ ਮਹੱਲ ਦੇ ਅੰਦਰ ਭਾਵੇਂ ਅੱਜ ਇਹ ਖੰਡਰ ਨੇ, ਖੰਡਰ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਗਵਾਹੀ ਭਰਦਾ ਵੀ ਕਿਸੇ ਵੇਲੇ ਬਹੁਤ ਵੱਡੇ ਬਾਦਸ਼ਾਹ ਦਾ ਇੱਕ ਮਹੱਲ ਹੋਇਆ ਕਰਦਾ ਸੀ। ਮੈਂ ਖੰਡਰਾਂ ਦੇ ਦਰਸ਼ਨ ਦੀਦਾਰ ਵੀ ਤੁਹਾਨੂੰ ਕਰਵਾਵਾਂਗਾ, ਪਿੱਛੇ ਉਸ ਮਸਜਿਦ ਵਿੱਚ ਵੀ ਲੈ ਕੇ ਜਾਵਾਂਗਾ ਜਿੱਥੇ ਬੜੇ ਵੱਡੇ ਮੁਗਲ ਸ਼ਾਸਕ ਪੜ੍ਹੇ ਨੇ। ਪਰ ਇਸ ਤੋਂ ਪਹਿਲਾਂ ਆਓ ਆਪਾਂ ਗਿਆਨੀ ਜੀ ਦਾ ਸਤਿਕਾਰ ਕਰਦੇ ਹਾਂ, ਜੀਓ ਆਇਆਂ ਨੂੰ ਆਖਦੇ ਹਾਂ। ਇਹਨਾਂ ਦੇ ਕੋਲੋਂ ਹਿਸਟਰੀ ਦੇ ਕੁਝ ਐਸੇ ਪੱਖ ਜਾਣਾਂਗੇ, ਕਿਉਂਕਿ ਜਿਸ ਕਿਲੇ ਦੇ ਅੱਜ ਮੈਂ ਖਲੋਤਾ ਹੋਇਆ ਮੈਂ, ਇੱਥੋਂ ਦੀ ਮਹਾਨਤਾ ਇਕੱਲੀ ਇਹ ਨਹੀਂ ਹੈ ਕਿ ਇੱਥੇ ਨਵਾਬ ਦੌਲਤ ਖਾਂ ਲੋਧੀ ਦਾ ਮਹਿਲ ਹੋਇਆ ਕਰਦਾ ਸੀ। ਇਹਦੀ ਮਹਾਨਤਾ ਇਕੱਲੀ ਇਹ ਨਹੀਂ ਹੈ ਕਿ ਇੱਥੇ ਬਹੁਤ ਵੱਡੇ ਮੁਗਲ ਬਾਦਸ਼ਾਹ ਆਪਣੀ ਐਜੂਕੇਸ਼ਨ, ਮੁੱਢਲੀ ਵਿੱਦਿਆ ਇੱਥੋਂ ਪ੍ਰਾਪਤ ਕਰਦੇ ਰਹੇ ਨੇ। ਇੱਥੋਂ ਦੀ ਖਾਸੀਅਤ ਇਹ ਵੀ ਹੈ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਮਾਜ਼ ਦੇ ਅਸਲ ਮਾਇਨੇ ਲੋਕਾਂ ਨੂੰ ਸਮਝਾ ਦਿੱਤੇ, ਚੇਤੇ ਰੱਖਿਆ ਜੇ ਇਸ ਜਗ੍ਹਾ ਦੇ ਉੱਪਰ ਮੇਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੀ ਚਰਨ ਪਏ ਨੇ। ਆਓ ਸਾਰੀਆਂ ਗੱਲਾਂ ਦੀ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗਿਆਨੀ ਗੁਰਪ੍ਰੀਤ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੀ ਫਤਿਹ ਜੀ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ, ਤੁਸੀਂ ਸਾਨੂੰ ਸਮਾਂ ਦੇ ਕੇ ਨਿਵਾਜਿਆ। ਗਿਆਨੀ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਸੁਲਤਾਨਪੁਰ ਲੋਧੀ ਦੀ, ਇਹ ਵਪਾਰਕ ਪੱਖੋਂ ਵੀ ਤੇ ਜੇ ਰਾਜਨੀਤਿਕ ਪੱਖੋਂ ਵੀ, ਧਾਰਮਿਕ ਪੱਖੋਂ ਵੀ ਬਹੁਤ ਵੱਡਾ ਇੱਕ ਕੇਂਦਰ ਬਿੰਦੂ ਰਿਹਾ ਹੈ। ਤੇ ਜੇ ਆਪਾਂ ਗੱਲ ਕਰੀਏ ਇਸ ਮਹੱਲ ਦੀ, ਤੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਜਿਸ ਧਰਤੀ ਤੇ ਖੜੇ ਆ, ਭਾਵੇਂ ਖੰਡਰਾਤ ਨੇ, ਬੜਾ ਵੱਡਾ ਕਿਲਾ ਕਹ, ਦਰਵਾਜ਼ੇ ਅੱਜ ਵੀ ਮੌਜੂਦ ਨੇ, ਕੁਝ ਟੁੱਟ ਚੁੱਕੇ ਸਨ, ਕੁਝ ਦੁਬਾਰਾ ਤਿਆਰ ਕਰਵਾਏ ਗਏ ਨੇ। ਇਹ ਮਹੱਲ ਕਿਹਨਾਂ ਦਾ ਸੀ? ਅਸਲ ਦੇ ਵਿੱਚ ਇਹ ਇਮਾਰਤ ਜੋ ਕਿਲਾ ਸਰਾਏ ਦੇ ਨਾਮ ਦੇ ਨਾਲ ਮਸ਼ਹੂਰ ਸੀ, ਕਿਲਾ ਸਰਾਏ ਸੁਲਤਾਨਪੁਰ ਲੋਧੀ, ਇਹ ਸ਼ਹਿਰ ਨੇ ਬਹੁਤ ਕੁਝ ਵੇਖਿਆ ਤੇ ਬੜਾ ਕੁਝ ਹੰਢਾਇਆ। ਔਰ ਇਹ ਸ਼ਹਿਰ ਦੀ ਕਹਾਣੀ ਬਹੁਤ ਦਰਦਨਾਕ ਰਹੀ ਹੈ, ਕਿਉਂਕਿ ਜੇ ਪਿਛੋਕੜ ਪਿੱਛੇ ਤੋਂ ਪਿੱਛੇ ਤੁਰਦੇ ਜਾਈਏ ਨਾ ਤਾਂ ਇਹਦੀ ਕਹਾਣੀ ਜੁੜ ਜਾਵੇਗੀ ਸਿੱਧੂ ਘਾਟੀ ਦੀ ਸੱਭਿਅਤਾ ਦੇ ਨਾਲ।
ਉਸ ਜ਼ਮਾਨੇ ਵਿੱਚ ਵੀ ਇੱਥੇ ਕੁਝ ਨਾ ਕੁਝ ਵਸੋਂ ਰਹੀ ਹੈ। ਫਿਰ ਹੌਲੀ ਹੌਲੀ ਜਿਵੇਂ ਸਮਾਂ ਵੱਧਦਾ ਗਿਆ, ਆਰੀਅਨ ਲੋਕਾਂ ਨੇ ਜਦੋਂ ਆਪਣੀਆਂ ਬਸਤੀਆਂ ਵਸਾਈਆਂ, ਉਸ ਵੇਲੇ ਵੀ ਇੱਥੇ ਵੈਦਿਕ ਯੁੱਗ ਦੇ ਵਿੱਚ ਵੀ ਇੱਥੇ ਬਸਤੀਆਂ ਬਣੀਆਂ ਔਰ ਇੱਥੇ ਰਿਹਾਇਸ਼ ਸੀ। ਔਰ ਜੋ ਵਰਣਨ ਆਉਂਦਾ ਹੈ ਕਿ ਇਹਦਾ ਜਿਹੜਾ ਪੁਰਾਤਨ ਪ੍ਰਾਕ੍ਰਿਤਿਕ ਨਾਮ ਹੈ, ਉਹ ਇੱਥੋਂ ਦੀ ਭੂਗੋਲਿਕ ਹਾਲਾਤ ਦੇ ਹਿਸਾਬ ਦੇ ਨਾਲ, ਧਰਤੀ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਸਨ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਕਾਲਾ ਜੰਗਲ। ਇਹ ਕਾਲਾ ਜੰਗਲ ਦੇ ਨਾਮ ਦੇ ਨਾਲ, ਜਾਂ ਕਾਲੀ ਵੇਈ, ਕਿਉਂਕਿ ਮਿੱਟੀ ਜਿਹੜੀ ਸੀ ਇਹ ਕਾਲੀ ਰੰਗ ਦੀ ਸੀਗੀ, ਤੇ ਇਸ ਕਰਕੇ ਇਹਨੂੰ ਕਾਲਾ ਜੰਗਲ ਕਰਕੇ ਪੁਕਾਰਿਆ ਜਾਂਦਾ ਸੀ। ਹੁਣ ਇਸ ਧਰਤੀ ਦੇ ਉੱਤੇ ਕੋਈ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਬੁੱਧ ਧਰਮ ਦਾ ਇੰਨਾ ਪ੍ਰਚਾਰ ਹੋਇਆ ਕਿ ਸਾਰਾ ਹਿੰਦੁਸਤਾਨ ਬੋਧੀ ਹੋ ਗਿਆ। ਪਾਕਿਸਤਾਨ ਦਾ ਔਰ ਅਫਗਾਨਿਸਤਾਨ ਦਾ ਜਿੰਨਾ ਇਲਾਕਾ ਹੈ ਸਾਰਾ ਬੋਧੀ ਹੋ ਗਿਆ ਸੀ। ਉਹਨਾਂ ਜ਼ਮਾਨਿਆਂ 'ਚ ਸੁਲਤਾਨਪੁਰ ਲੋਧੀ ਬੁੱਧ ਧਰਮ ਦਾ ਇੱਕ ਕੇਂਦਰ ਬਣਿਆ ਸੀ। ਅਭਿਨਵ ਪ੍ਰਸਤਾਵ ਇੱਕ ਬੁੱਧ ਧਰਮ ਦੀ ਮਸ਼ਹੂਰ ਕਿਤਾਬ ਹੈ, ਉਹ ਇੱਥੇ ਲਿਖੀ ਗਈ ਹੈ। ਅੱਛਾ, ਇਸ ਧਰਤੀ ਤੇ ਲਿਖੀ ਗਈ ਜੀ। ਇਸੇ ਤਰ੍ਹਾਂ ਇੱਥੇ ਬੜੇ ਬੜੇ ਸਾਧੂ, ਬੜੇ ਬੜੇ ਮਹਾਤਮਾ ਜਿਹੜੇ ਬੁੱਧ ਧਰਮ ਦਾ ਪੈਰੋਕਾਰ ਸਨ, ਪ੍ਰਚਾਰਕ ਸਨ, ਉਹ ਇੱਥੇ ਰਹੇ। ਉਹਨਾਂ ਨੇ ਇੱਥੇ ਵਿੱਦਿਆ ਵੀ ਪੜ੍ਹੀ, ਇੱਥੇ ਉਹਨਾਂ ਨੇ ਤਪ ਵੀ ਕੀਤੇ, ਔਰ ਇੱਥੋਂ ਪ੍ਰਚਾਰ ਕਰਨ ਵਾਸਤੇ ਵੀ ਦੂਰ ਦੂਰ ਤੱਕ ਜਾਂਦੇ ਸਨ, ਅਫਗਾਨਿਸਤਾਨ ਤੱਕ ਔਰ ਭਾਰਤ ਦੇ ਅੱਡੋ ਅੱਡ ਹਿੱਸਿਆਂ ਤੱਕ। ਇਸ ਜਗ੍ਹਾ ਦੀ ਮਹਾਨਤਾ ਉਹਨਾਂ ਜ਼ਮਾਨਿਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਵਪਾਰਕ ਕੇਂਦਰ ਹੀ ਨਹੀਂ, ਜਿਵੇਂ ਆਪ ਜੀ ਨੇ ਦੱਸਿਆ, ਵਪਾਰਕ ਕੇਂਦਰ ਦੇ ਨਾਲ ਨਾਲ ਵਿੱਦਿਆ ਦਾ ਕੇਂਦਰ ਔਰ ਨਾਲ ਨਾਲ ਧਾਰਮਿਕ ਕੇਂਦਰ ਵੀ ਸੀ। ਇੱਕ ਤਰ੍ਹਾਂ ਦਾ ਉਹਨਾਂ ਦਾ ਤੀਰਥ ਸਥਾਨ ਬਣਿਆ ਹੋਇਆ ਸੀ। ਤੇ ਇਹਦੇ ਨਾਲ ਨਾਲ ਫਿਰ ਆਪਾਂ ਜਦੋਂ ਅੱਗੇ ਚੱਲਾਂਗੇ ਤਾਂ ਫਿਰ ਇਸ ਸ਼ਹਿਰ ਨੇ ਉਹ ਦੁੱਖ ਵੇਖੇ ਨੇ ਜਿਹੜੇ ਦੁੱਖ ਆਪਾਂ ਕੇਵਲ ਗੱਲਬਾਤ ਹੀ ਕਰੀਏ ਤੇ ਸਾਡੀ ਆਤਮਾ ਤੱਕ ਨੂੰ ਝੰਜੋੜ ਦਿੰਦੇ ਨੇ। ਕਿ ਜਦੋਂ ਮਹਿਮੂਦ ਗਜ਼ਨਵੀ ਨੇ ਔਰ ਮੁਹੰਮਦ ਗੌਰੀ ਨੇ ਭਾਰਤ 'ਤੇ ਹਮਲਾਵਰ ਹੋ ਕੇ ਲੁੱਟ ਮਾਰ ਮਚਾਈ ਹੈ, ਉਹਨਾਂ ਦੋਵਾਂ ਲੁਟੇਰਿਆਂ ਦੀ ਲੁੱਟ ਦਾ ਨਿਸ਼ਾਨਾ ਬਣਿਆ ਸੁਲਤਾਨਪੁਰ ਲੋਧੀ। ਕਿਉਂਕਿ ਬਹੁਤ ਵਸਦਾ ਰਸਦਾ ਸ਼ਹਿਰ ਸੀ, ਬੁੱਧ ਧਰਮ ਦਾ ਕੇਂਦਰ ਹੋਣ ਕਰਕੇ ਮਹਾਤਮਾ ਬੁੱਧ ਜੀ ਦੀਆਂ ਪ੍ਰਤਿਮਾਵਾਂ ਔਰ ਬਹੁਤ ਸਾਰੇ ਸਤੂਪ ਤੇ ਬਹੁਤ ਸਾਰਾ ਸਮਾਨ ਇੱਥੇ ਸੀ। ਉਹਨਾਂ ਨੇ ਆਪਣੇ ਆਪ ਨੂੰ ਬੁੱਤ ਸ਼ਿਕਨ ਅਖਵਾਉਣ ਦੀ ਹੋੜ ਦੇ ਵਿੱਚ ਇੱਕ ਤਾਂ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਮਲੀਆ ਮੇਟ ਕਰ ਦਿੱਤਾ, ਖ਼ਤਮ ਕਰ ਦਿੱਤਾ। ਦੂਜਾ, ਉਹਨਾਂ ਨੇ ਬੋਧੀਆਂ ਦੇ ਸਿਰ ਵੱਢ ਵੱਢ ਕੇ ਉਹਨਾਂ ਦੇ ਮੀਨਾਰ ਉਸਾਰੇ ਔਰ ਖੂਹ ਭਰ ਦਿੱਤੇ ਬੋਧੀਆਂ ਦੇ ਸਿਰ ਵੱਢ ਵੱਢ ਕੇ ਖੋਪੜੀਆਂ ਦੇ ਨਾਲ। ਇਸ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ ਮਹਿਮੂਦ ਗਜ਼ਨਵੀ ਨੇ। ਔਰ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਉਹਨਾਂ ਨੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਕਈ ਵਾਰ ਹਮਲੇ ਕੀਤੇ, ਹਰ ਵਾਰ ਜਾਂਦਿਆਂ ਵੀ ਲੁੱਟਦੇ ਸਨ, ਬਰਬਾਦ ਕਰਦੇ ਸਨ। ਜੋ ਕੁਝ ਬਚਿਆ ਖੁਚਿਆ ਹੁੰਦਾ, ਆਉਂਦੇ ਸਮੇਂ ਫਿਰ ਇਹੀ ਕੁਝ ਹੀ ਕਰਦੇ ਸਨ। ਤੋ ਇਸ ਤਰ੍ਹਾਂ ਕਈ ਵਾਰ ਇੱਥੇ ਕਤਲੋ ਗਾਰਤ, ਲੁੱਟ ਮਾਰ ਹੋਣ ਕਰਕੇ ਇਸ ਸ਼ਹਿਰ ਦਾ ਬਿਲਕੁਲ ਨਾਮੋ ਨਿਸ਼ਾਨ ਹੀ ਮਿਟ ਗਿਆ ਸੀ। ਬਾਅਦ ਵਿੱਚ ਜਾ ਕੇ ਸੁਲਤਾਨ ਖਾਨ ਨਾਮ ਦਾ ਜਿਹੜਾ ਜਰਨੈਲ ਸੀ, ਉਹਨੇ ਇਸ ਸ਼ਹਿਰ ਦੇ ਖੰਡਰ ਵੇਖ ਕੇ ਉਹਨੂੰ ਆਪਣੇ ਨਾਂ ਦੇ ਉੱਤੇ, ਕਿਉਂਕਿ ਪੁਰਾਣਾ ਨਾਂ ਸੀ ਸਰਵਮਾਨਪੁਰ, ਸਰਵਮਾਨਪੁਰ ਨੂੰ ਆਪਣੇ ਨਾਂ ਦੇ ਉੱਤੇ ਸੁਲਤਾਨਪੁਰ ਦੇ ਨਾਂ ਦੇ ਉੱਤੇ ਉਹਨੇ ਨਵੇਂ ਸਿਰੋਂ ਇਸ ਸ਼ਹਿਰ ਨੂੰ ਵਸਾਇਆ। ਤਾਂ ਇਹ ਸ਼ਹਿਰ ਨੇ ਬੜੀ ਬਰਬਾਦੀ ਵੇਖੀ ਹੈ। ਸੁਲਤਾਨਪੁਰ ਲੋਧੀ ਬਣਨ ਤੋਂ ਬਾਅਦ ਇਹ ਸ਼ਹਿਰ ਦੁਬਾਰਾ ਆਪਣੀ ਪੁਰਾਣੀ ਰੌਣਕ ਵੱਲ ਪਰਤਿਆ ਔਰ ਇੰਨੇ ਯੌਵਨ 'ਤੇ ਗਿਆ ਕਿ ਇਤਿਹਾਸਕਾਰ ਇਸ ਗੱਲ ਦਾ ਵਰਣਨ ਕਰਦੇ, ਤੁਝਖੇ ਬਾਬਰੀ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ। ਔਰ ਅਕਬਰ ਦੀ ਜੋ ਜੀਵਨੀ ਲਿਖੀ ਹੋਈ ਹੈ, ਅਕਬਰਨਾਮਾ, ਉਹਦੇ ਵਿੱਚ ਵੀ ਇਹ ਸ਼ਹਿਰ ਦਾ ਜ਼ਿਕਰ ਆਇਆ। ਔਰ ਇਹਨੂੰ ਬੜੇ ਵੱਡੇ ਵਪਾਰਕ ਕੇਂਦਰ ਵਜੋਂ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਥੇ 5300 ਦੁਕਾਨ ਸੀ। ਉਸ ਜ਼ਮਾਨੇ ਦੇ ਵਿੱਚ 5300 ਦੁਕਾਨ, ਬੜੀ ਵੱਡੀ ਮੰਡੀ ਸੀ ਇੱਥੇ। ਇੱਥੋਂ ਤੱਕ ਵੀ ਜਿਹੜੇ ਇੱਥੋਂ ਦੇ ਬਜ਼ੁਰਗ ਨੇ ਉਹ ਕਹਿੰਦੇ ਨੇ ਕਿ ਜਿਹੜਾ ਡਡਵਿੰਡੀ ਹੈ ਇਹ ਦੁੱਧ ਮੰਡੀ ਸੀ, ਔਰ ਜਿਹੜਾ ਲੋਹੀਆਂ ਹੈ ਇਹ ਲੋਹੇ ਦੀ ਮੰਡੀ ਸੀ। ਅੱਛਾ, ਇੱਥੇ ਲਾਗੇ, ਇੱਥੇ ਮੈਂ ਦਰਸ਼ਕਾਂ ਦੇ ਨਾਲ ਛੋਟੀ ਜੀ ਸਾਂਝ ਪਾ ਦਿਆਂ। ਦਰਸ਼ਕੋ, ਜਦੋਂ ਆਪਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਖੜਦੇ ਹਾਂ ਤੇ ਇੱਥੋਂ ਥੋੜੀ ਜੀ ਦੂਰੀ ਦੇ ਉੱਪਰ ਪੈ ਜਾਂਦਾ ਹੈ ਕਸਬਾ ਲੋਹੀਆਂ। ਔਰ ਵੀਰ ਜੀ ਦਾ ਕਹਿਣਾ ਇਹ ਹੈ, ਕਿਉਂਕਿ ਇਹਨਾਂ ਨੇ ਇੱਥੇ ਬੈਠ ਕੇ ਕਾਫੀ ਖੋਜ ਕੀਤੀ ਹੈ, ਕਹਿੰਦੇ ਵੀ ਲੋਹੀਆਂ ਲੋਹਾ ਮੰਡੀ ਸੀ। ਤੇ ਜਿਹੜਾ ਡਡਵਿੰਡੀ ਪਿੰਡ ਆ ਜਾਂਦਾ, ਜਦੋਂ ਇੱਥੋਂ ਆਪਾਂ ਕਪੂਰਥਲਾ ਸਾਈਡ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਡਡਵਿੰਡੀ। ਡਡਵਿੰਡੀ ਜਿਹੜਾ ਸੀ ਉਹ ਦੁੱਧ ਮੰਡੀ ਸੀ। ਉਹ ਦੁੱਧ ਮੰਡੀ ਤੋਂ ਅੱਗੇ ਡਡਵਿੰਡੀ ਬਣਦਾ ਹੈ ਤੇ ਲੋਹਾ ਮੰਡੀ ਤੋਂ ਲੋਹੀਆਂ ਬਣਦਾ ਹੈ। ਕਹਿਣ ਤੋਂ ਭਾਵ ਕਈ ਵਾਰੀ ਐਸਾ ਹੋ ਜਾਂਦਾ ਜਿਵੇਂ ਲੋਧੀ ਤੋਂ ਲੋਧੀਆਣਾ ਬਣ ਗਿਆ, ਸੁਲਤਾਨ ਖਾਨ ਤੋਂ ਸੁਲਤਾਨਪੁਰ ਲੋਧੀ ਬਣ ਗਿਆ। ਇਸੇ ਪ੍ਰਕਾਰ ਕਈ ਚੀਜ਼ਾਂ ਸਮਾਂ ਪਾ ਕੇ ਆਪਣਾ ਸਵਰੂਪ ਥੋੜ੍ਹਾ ਵਿਗਾੜ ਕੇ ਪੇਸ਼ ਕਰ ਦਿੰਦੀਆਂ ਨੇ, ਪਰ ਬਰੀਕੀ ਵਿੱਚ ਜਾਓ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਪਿਛੋਕੜ ਕੀ ਸੀ। ਵੀਰ ਜੀ, ਬੜੀ ਖੁਸ਼ੀ ਹੋਈ ਹੈ ਗੱਲ ਸੁਣ ਕੇ। ਸੁਲਤਾਨਪੁਰ ਲੋਧੀ ਦਾ ਜਿਹੜਾ ਮੌਜੂਦਾ ਘੇਰਾ ਹੈ ਨਾ, ਇਹ ਬਹੁਤ ਸਿਮਟਿਆ ਹੋਇਆ ਘੇਰਾ ਹੈ।
ਇਵੇਂ ਸਮਝ ਲਈਏ ਕਿ ਇਹ ਇੱਕ ਤਰ੍ਹਾਂ ਦੇ ਨਾਲ ਛਾਂਗਿਆ ਹੋਇਆ ਵੱਢਿਆ ਹੋਇਆ ਸ਼ਹਿਰ ਹੈ। ਇਹ ਆਪਣੇ ਉਸ ਰੂਪ ਦੇ ਵਿੱਚ ਨਹੀਂ ਜਾ ਸਕਿਆ ਜਿਹੜਾ ਰੂਪ ਕਦੇ ਇਹਨੇ ਮੁਗਲਾਂ ਦੇ ਪਹਿਲੇ ਦੌਰ ਦੇ ਵਿੱਚ ਵੇਖਿਆ ਸੀ ਜਾਂ ਹੰਢਾਇਆ ਸੀ, ਜਾਂ ਫਿਰ ਮੁਸਲਮਾਨ ਰਾਜ ਤੋਂ ਪਹਿਲਾਂ ਜਿਹੜਾ ਇਹਦਾ ਰੂਪ ਸੀ ਬੋਧੀਆਂ ਦੇ ਵੇਲੇ ਜਾਂ ਮੁਗਲਾਂ ਦੇ ਵੇਲੇ, ਉਹ ਰੂਪ ਨਹੀਂ ਇਹਨੇ ਦੁਬਾਰਾ ਵੇਖਿਆ ਅਜੇ ਤੱਕ। ਇਹ ਸ਼ਹਿਰ ਦਾ ਘੇਰਾ ਐਡਾ ਵੱਡਾ ਸੀ ਕਿ ਜਦੋਂ ਆਪਾਂ ਇੱਥੋਂ ਤੁਰਦੇ ਹਾਂ, ਜਿਹੜਾ ਆਪ ਜੀ ਨੇ ਦੱਸਿਆ ਡਡਵਿੰਡੀ ਕਪੂਰਥਲੇ ਨੂੰ ਜਾਂਦੇ ਆ, ਡਡਵਿੰਡੀ ਲੋਹੀਆਂ ਔਰ ਆਸ-ਪਾਸ ਤੇ ਤਕਰੀਬਨ 30-35 ਪਿੰਡ ਨੇ ਜਿਹੜੇ ਸੁਲਤਾਨਪੁਰ ਦੇ ਵਿੱਚ ਹੀ ਸਮਾਏ ਹੋਏ ਸੀਗੇ। ਇੱਕ ਤਰ੍ਹਾਂ ਨਾਲ ਸੁਲਤਾਨਪੁਰ ਦਾ ਹਿੱਸਾ ਸੀ। ਤਾਂ ਸੁਲਤਾਨਪੁਰ ਲੋਧੀ ਹੌਲੀ-ਹੌਲੀ ਵੱਧਦਾ ਬਾਦਸ਼ਾਹ ਅਕਬਰ ਦੇ ਵੇਲੇ ਤੱਕ ਬਹੁਤ ਬੁਲੰਦੀ ਤੇ ਸੀ ਔਰ ਬੜੇ ਵੱਡੇ ਆਲਮ ਫਾਜ਼ਲ, ਬੜੇ ਵੱਡੇ ਵਿਦਵਾਨ ਫਕੀਰ ਉਹ ਇੱਥੇ ਰਹਿੰਦੇ ਸਨ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੁਲਤਾਨਪੁਰ ਲੋਧੀ ਆਗਮਨ ਹੋਇਆ ਨਾ, ਉਹਨਾਂ ਜ਼ਮਾਨਿਆਂ ਦੇ ਵਿੱਚ ਮਖੂ ਸਾਹਿਬ ਸੁਲਤਾਨਪੁਰ ਲੋਧੀ ਬਾਕੀ ਸ਼ਹਿਰਾਂ ਵਰਗਾ ਸ਼ਹਿਰ ਨਹੀਂ ਸੀ। ਉਹਨਾਂ ਜ਼ਮਾਨਿਆਂ 'ਚ ਸੁਲਤਾਨਪੁਰ ਲੋਧੀ ਪੂਰੇ ਪੰਜਾਬ ਦੀ ਰਾਜਧਾਨੀ ਸੀ, ਕਿਉਂਕਿ ਰਾਜਧਾਨੀ ਤਾਂ ਭਾਵੇਂ ਲਾਹੌਰ ਸੀ ਅਸਲ ਵਿੱਚ, ਪਰ ਪੰਜਾਬ ਨੂੰ ਲੋਧੀਆਂ ਦੇ ਰਾਜ ਦੇ ਵੇਲੇ ਦੌਲਤ ਖਾਂ ਲੋਧੀ ਨੂੰ ਦਿੱਤਾ ਗਿਆ ਐਜ਼ ਏ ਗਵਰਨਰ, ਕਿਉਂਕਿ ਇਹ ਇਲਾਕਾ ਦੌਲਤ ਖਾਂ ਲੋਧੀ ਦੀ ਜਗੀਰ ਸੀ। ਤੇ ਦੌਲਤ ਖਾਂ ਲੋਧੀ ਨੂੰ ਜਦੋਂ ਲੋਧੀ ਸੁਲਤਾਨਾਂ ਨੇ ਇੱਥੋਂ ਦਾ ਗਵਰਨਰ ਥਾਪ ਦਿੱਤਾ, ਤਾਂ ਅੱਜ ਵੀ ਵੱਡੇ ਲੋਕ ਇਸੇ ਤਰ੍ਹਾਂ ਕਰਦੇ ਨੇ ਕਿ ਰਾਜਧਾਨੀ ਭਾਵੇਂ ਚੰਡੀਗੜ੍ਹ ਹੋਵੇ ਪਰ ਕੈਪਟਨ ਸਾਹਿਬ ਕੰਮ ਪਟਿਆਲਿਓਂ ਚਲਾਈ ਜਾਂਦੇ ਨੇ। ਤਾਂ ਉਹ ਦੌਲਤ ਖਾਂ ਲੋਧੀ ਨੇ ਆਪਣੀ ਰਾਜਧਾਨੀ ਲਾਹੌਰ ਤੋਂ ਇੱਥੇ ਸ਼ਿਫਟ ਕਰ ਲਈ ਸੀ। ਸਰਕਾਰੀ ਕੰਮ ਇੱਥੇ ਹੁੰਦੇ ਸਨ ਸਾਰੇ, ਉਹ ਕੇਵਲ ਨਾਂ ਦੀ ਰਾਜਧਾਨੀ ਰਹਿ ਗਿਆ ਸੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੌਲਤ ਖਾਂ ਦਾ ਇੰਨਾ ਪ੍ਰਤਾਪ ਸੀ ਕਿ ਉਹ ਇੱਕ ਐਜ਼ ਏ ਗਵਰਨਰ ਨਹੀਂ ਸੀ ਕੰਮ ਕਰਦਾ, ਉਹ ਆਪਣੇ ਆਪ ਵਿੱਚ ਇੱਕ ਸੁਤੰਤਰ ਬਾਦਸ਼ਾਹੀ ਸੀ ਲਗਭਗ। ਸਿਰਫ ਉਹਨਾਂ ਨੂੰ ਟੈਕਸ ਭਰਦਾ ਸੀ। ਬਾਕੀ ਜਿਹੜੇ ਦਿੱਲੀ ਵਾਲੇ ਲੋਧੀ ਸਨ, ਇਬਰਾਹਿਮ ਲੋਧੀ, ਸਿਕੰਦਰ ਲੋਧੀ, ਉਹਨਾਂ ਦਾ ਕੋਈ ਜ਼ੋਰ ਨਹੀਂ ਸੀ ਪੰਜਾਬ ਦੇ ਵਿੱਚ ਚੱਲਦਾ, ਕਿਉਂਕਿ ਉਹਨਾਂ ਦਾ ਭਰਾ ਲੱਗਦਾ ਸੀ। ਤੋ ਜੇ ਆਮ ਮਤਹਿਤ ਹੁੰਦਾ ਤਾਂ ਗੱਲ ਕੁਝ ਹੋਰ ਸੀ, ਪਰ ਇਹ ਉਹਨਾਂ ਦੇ ਬਰਾਬਰ ਦਾ ਸੀ। ਅੱਗੇ ਜਾ ਕੇ ਫਿਰ ਇਹਨਾਂ ਦੀ ਵਿਗੜ ਵੀ ਗਈ, ਤਾਂ ਹੀ ਦੌਲਤ ਖਾਂ ਲੋਧੀ ਨੇ ਬਾਬਰ ਦਾ ਵੀ ਸਾਥ ਦਿੱਤਾ ਸੀ ਵਿੱਚੋਂ, ਫਿਰ ਮੁੜ ਕੇ ਬਾਅਦ ਵਿੱਚ ਪਲਟ ਵੀ ਗਏ ਸਨ। ਤੋ ਇੱਕ ਤਾਂ ਇਹ ਚੀਜ਼ ਹੈ ਕਿ ਇਹ ਪੰਜਾਬ ਦੀ ਰਾਜਧਾਨੀ ਸੀ ਔਰ ਉਹਨੂੰ ਖੁਦ ਮੁਖਤਿਆਰ ਹੋ ਕੇ ਦੌਲਤ ਖਾਂ ਚਲਾਉਂਦਾ ਸੀ। ਦੌਲਤ ਖਾਂ ਬੜਾ ਦਲੇਰ ਬੰਦਾ ਸੀ ਔਰ ਦੌਲਤ ਖਾਂ ਦੀ ਦਲੇਰੀ ਤੇ ਦੌਲਤ ਖਾਂ ਦੀ ਦਿਆਨਤਦਾਰੀ ਇੱਥੋਂ ਝਲਕਦੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਬਾਬਤ ਕਿਸੇ ਵੀ ਇੱਕ ਵੀ ਮਨੁੱਖ ਨੇ ਚੰਗੀ ਰਾਏ ਨਹੀਂ ਸੀ ਦਿੱਤੀ ਦੌਲਤ ਖਾਂ ਨੂੰ। ਹਰ ਕਿਸੇ ਦਾ ਕਹਿਣਾ ਸੀ ਕਿ ਅਜੇ ਬਹੁਤ ਹੌਲੀ ਉਮਰ ਦਾ, ਛੋਟੀ ਉਮਰ ਦਾ ਨੌਜਵਾਨ ਹੈ, ਇਹਨੂੰ ਐਡੀ ਭਾਰੀ ਜ਼ਿੰਮੇਵਾਰੀ ਨਹੀਂ ਦੇਣੀ ਚਾਹੀਦੀ। ਪਰ ਦੌਲਤ ਖਾਂ ਨੇ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਆਪਣੇ ਤੌਰ ਤੇ ਪਰਖਿਆ ਤੇ ਜਿਹੜੀ ਬਹੁਤ ਵੱਡੀ ਤੇ ਬੜੀ ਅਹਿਮ ਜ਼ਿੰਮੇਵਾਰੀ ਸੀ, ਉਹਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ। ਉਹ ਤੋਂ ਪਤਾ ਲੱਗਦਾ ਉਹਦਾ ਸੁਭਾਅ ਕਿਦਾਂ ਦਾ ਸੀ, ਦਲੇਰਾਨਾ ਸੀ। ਬਿਲਕੁਲ, ਬੜਾ ਦਲੇਰ ਸੁਭਾਅ ਦਾ ਸੀ, ਜਿਵੇਂ ਤੁਸੀਂ ਦੱਸਿਆ, ਬੜੇ ਸੁੰਦਰ ਢੰਗ ਦੇ ਵਿੱਚ ਤੁਸੀਂ ਬਿਆਨ ਕੀਤਾ ਹੈ। ਮੈਂ ਚਾਹਾਂਗਾ ਥੋੜ੍ਹਾ ਜਿਹਾ ਆਪਾਂ ਉਹ ਜ਼ਿਕਰ ਕਰ ਦਈਏ ਕਿ ਇੱਥੇ ਕਿਹੜੇ ਮੁਗਲ ਬਾਦਸ਼ਾਹ ਸੀ ਜਿਨ੍ਹਾਂ ਦੀ ਐਜੂਕੇਸ਼ਨ ਇੱਥੇ ਹੋਈ, ਕਿਉਂਕਿ ਬਿਲਕੁਲ ਆਪਣੇ ਪਿਛਲੇ ਪਾਸੇ ਜਿਹੜੀ ਮਸਜਿਦ ਹੈ ਇਹਨੂੰ ਸਫੇਦ ਮਸਜਿਦ ਕਿਹਾ ਜਾਂਦਾ ਹੈ, ਤੇ ਇਹਦੇ ਕਿਹੜੇ ਐਸੇ ਡਾਕੂਮੈਂਟਰੀ ਪ੍ਰੂਫ ਨੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਆਪਾਂ ਇਸ ਗੱਲ ਦਾ ਦਾਅਵਾ ਕਰ ਸਕਦੇ ਹੋਈਏ ਵੀ ਇਸੇ ਮਸਜਿਦ ਦੇ ਵਿੱਚ ਹੀ ਵੱਡਾ ਬਾਦਸ਼ਾਹ, ਆਪਣੇ ਆਪ ਨੂੰ ਭਾਰਤ ਦਾ ਸਭ ਤੋਂ ਵੱਡਾ ਮੁਗਲ ਬਾਦਸ਼ਾਹ ਅਖਵਾਉਣ ਵਾਲਾ ਔਰੰਗਜ਼ੇਬ ਇੱਥੇ ਪੜ੍ਹਿਆ? ਤੋਜਖ ਜਹਾਂਗੀਰੀ ਦੇ ਵਿੱਚ ਜ਼ਿਕਰ ਹੈ ਕਿ ਕਿਉਂਕਿ ਜਹਾਂਗੀਰ ਦਾ ਵੱਡਾ ਪੁੱਤਰ ਸੀ ਖੁਸਰੋ, ਤੇ ਉਹ ਖੁਸਰੋ ਨੂੰ ਵਲੀ ਅਹਿਦ ਕਰਾਰ ਦਿੱਤਾ ਗਿਆ ਸੀ ਅਕਬਰ ਵੱਲੋਂ। ਅਕਬਰ ਚਾਹੁੰਦਾ ਸੀ ਕਿ ਮੇਰੇ ਪੁੱਤਰ ਦੀ ਬਜਾਏ ਮੇਰਾ ਪੋਤਰਾ ਸ਼ਹਿਨਸ਼ਾਹ ਬਣੇ, ਕਿਉਂਕਿ ਉਹ ਜਵਾਨ ਸੀ। ਤੇ ਸਾਰੇ ਜਾਣਦੇ ਨੇ, ਇਤਿਹਾਸਕਾਰਾਂ ਸਾਰਿਆਂ ਨੇ ਬਿਨਾਂ ਝਿਜਕ ਤੋਂ ਲਿਖਿਆ ਹੈ ਕਿ ਜਿਹੜਾ ਜਹਾਂਗੀਰ ਸੀ ਉਹ ਇੱਕ ਸ਼ਰਾਬੀ ਤੇ ਅਯਾਸ਼ ਕਿਸਮ ਦਾ ਬੰਦਾ ਸੀ। ਤੋ ਜਦੋਂ ਖੁਸਰੋ ਨੂੰ ਆਪਣੇ ਮੁਕਾਬਲੇ ਤੇ ਵੇਖਿਆ ਪਿਓ ਨੇ, ਤਾਂ ਸਿਆਸਤ ਇਹੋ ਜਿਹੀ ਚੀਜ਼ ਹੈ ਕਿ ਪਿਓ ਪੁੱਤ ਨੂੰ ਦੁਸ਼ਮਣ ਬਣਾ ਦਿੰਦੀ ਹੈ, ਤਾਂ ਉਹਨੇ ਆਪਣੇ ਪੁੱਤਰ ਦੇ ਉੱਪਰ ਬਹੁਤ ਜ਼ੋਰ ਪਾ ਕੇ ਉਹਨੂੰ ਪਕੜਨਾ ਚਾਹਿਆ, ਤਾਂ ਉਹ ਬਗਾਵਤ ਕਰਕੇ ਨਿਕਲ ਗਿਆ। ਉਹਦੀ ਬਗਾਵਤ ਕੁਚਲ ਦਿੱਤੀ ਗਈ, ਜਿਹਦਾ ਬਹਾਨਾ ਬਣਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਵੀ ਕੀਤਾ ਗਿਆ ਸੀ। ਉਹਦਾ ਦੂਸਰੇ ਨੰਬਰ ਦਾ ਜਿਹੜਾ ਪੁੱਤਰ ਸੀ ਉਹ ਸੀ ਸ਼ਾਹਜਹਾਂ, ਜਹਾਂਗੀਰ ਦਾ। ਤੋ ਜਹਾਂਗੀਰ ਨੂੰ ਆਪਣੇ ਪੁੱਤਰ ਸ਼ਾਹਜਹਾਂ ਤੇ ਵੀ ਸ਼ੱਕ ਸੀ, ਤੇ ਸ਼ਾਹਜਹਾਂ ਦੇ ਮਨ ਦੇ ਵਿੱਚ ਵੀ ਇਹ ਸ਼ੱਕ ਸੀ ਕਿ ਮੈਨੂੰ ਮੇਰੇ ਵੱਡੇ ਭਰਾ ਦੀ ਤਰ੍ਹਾਂ ਮਰਵਾ ਨਾ ਦੇਵੇ। ਇਸ ਲਈ ਉਹਨਾਂ ਦੇ ਵਿੱਚ ਆਪੋ ਵਿੱਚ ਦੀ ਖੜਕ ਪਈ। ਪਰ ਸ਼ਾਹਜਹਾਂ ਕੋਈ ਇਸ ਤਰ੍ਹਾਂ ਦੀ ਬਗਾਵਤ ਨਹੀਂ ਕਰ ਸਕਿਆ ਜਿਵੇਂ ਖੁਸਰੋ ਨੇ ਕੀਤੀ ਸੀ।
ਤੋ ਜਦੋਂ ਸ਼ਾਹਜਹਾਂ ਦੇ ਨਾਲ ਜਹਾਂਗੀਰ ਦੀ ਇਹ ਵਾਰਤਾਲਾਪ ਹੋਈ ਔਰ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਦੇ ਪ੍ਰਤੀ ਇਮਾਨਦਾਰ ਰਹਿਣ ਦੀ ਕਸਮ ਖਾਧੀ, ਤਾਂ ਬਾਦਸ਼ਾਹ ਨੇ ਜ਼ਮਾਨਤ ਦੇ ਰੂਪ ਦੇ ਵਿੱਚ ਕਿ ਮੈਂ ਤੇਰੇ ਤੇ ਕਿਵੇਂ ਭਰੋਸਾ ਕਰਾਂ ਕਿ ਤੂੰ ਮੇਰੇ ਵਿਰੁੱਧ ਬਗਾਵਤ ਨਹੀਂ ਕਰੇਗਾ, ਕਿ ਮੈਨੂੰ ਕੋਈ ਜ਼ਮਾਨਤ ਦੇ। ਤਾਂ ਉਹ ਜ਼ਮਾਨਤ ਦੇ ਰੂਪ ਦੇ ਵਿੱਚ ਆਪਣੇ ਪੁੱਤਰ ਦੇ 2 ਪੁੱਤਰ, ਜਾਣੀ ਕਿ ਆਪਣੇ ਸਕੇ ਪੁੱਤਰੇ, ਉਹਨਾਂ ਦੇ ਵਿੱਚੋਂ ਇੱਕ ਦਾਰਾ ਸ਼ਿਕੋ ਸੀ, ਦੂਜਾ ਔਰੰਗਜ਼ੇਬ ਸੀ, ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਸੀ। ਇਹਨਾਂ ਨੂੰ ਆਪਣੀ ਕਸਟਡੀ ਵਿੱਚ ਲੈ ਕੇ ਸ਼ਾਹਜਹਾਂ ਨੂੰ ਇਹਨੇ ਗਵਰਨਰ ਬਣਾ ਦਿੱਤਾ ਜੀ। ਔਰ ਉਹਨਾਂ ਬੱਚਿਆਂ ਨੂੰ ਇੱਥੇ ਸੁਲਤਾਨਪੁਰ ਲੋਧੀ ਰੱਖਿਆ ਗਿਆ, ਉਹਦੇ ਪਿਤਾ ਤੋਂ ਦੂਰ, ਦਾਦੇ ਦੀ ਕਸਟਡੀ ਦੇ ਵਿੱਚ ਇੱਥੇ ਕਸਟਡੀ ਦੇ ਵਿੱਚ ਰਹੇ ਹੈ। ਬਿਲਕੁਲ, ਉਹ ਇੱਕ ਤਰ੍ਹਾਂ ਦੇ ਨਾਲ ਇਹ ਸੀ ਨਾ ਕਿ ਜਿਹੜੀ ਜਗ੍ਹਾ ਤੇ ਤਾਂ ਉਹਨਾਂ ਦਾ ਪਿਤਾ ਗਵਰਨਰ ਹੈ, ਉੱਥੇ ਤਾਂ ਉਹਦੀ ਪਹੁੰਚ ਹੈ, ਉਹਦੀ ਚੱਲਦੀ ਹੈ। ਪਰ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ, ਕਿਉਂਕਿ ਬਾਦਸ਼ਾਹ ਜਹਾਂਗੀਰ ਅਕਸਰ ਹੀ ਆਗਰੇ ਤੋਂ ਦਿੱਲੀ, ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਕਸ਼ਮੀਰ ਜਾਂਦਾ ਆਉਂਦਾ ਰਹਿੰਦਾ ਸੀ, ਉਹਨੇ ਘੱਟੋ ਘੱਟ ਆਪਣੇ ਰਾਜ ਭਾਗ ਦੇ ਦੌਰਾਨ 10 ਕੁ ਸਫ਼ਰ ਤਾਂ ਜ਼ਰੂਰ ਕੀਤੇ ਨੇ ਆਗਰੇ ਤੋਂ ਦਿੱਲੀ ਤੱਕ ਦੇ। ਤੇ ਇੱਥੇ ਆਉਂਦਿਆਂ ਜਾਂਦਿਆਂ ਰਸਤੇ ਵਿੱਚ ਪੜਾਅ ਹੁੰਦਾ ਸੀ। ਜਿਹੜੇ ਇੱਥੋਂ ਦੇ ਉਹਦੇ ਕਰਿੰਦੇ ਸਨ, ਇਹ ਪੂਰੀ ਤਰ੍ਹਾਂ ਉਹਦੇ ਸਮਰਪਿਤ ਸਨ। ਤਾਂ ਉਹਨੇ ਉਹਨਾਂ ਦੇ ਮਤਹਿਤ ਇਹਨਾਂ ਨੂੰ ਰੱਖਿਆ ਸੀ ਕਿ ਜੇ ਮੇਰਾ ਪੁੱਤਰ ਬਗਾਵਤ ਕਰੇਗਾ ਤਾਂ ਪਹਿਲੀ ਛੁਰੀ ਆਪਣੇ ਪੋਤਰਿਆਂ ਦੇ ਗਲੇ ਤੇ ਚਲਾਵਾਂਗਾ। ਤਾਂ ਭਾਵੇਂ ਰਹੇ ਤਾਂ ਉਹ ਸ਼ਾਹੀ ਠਾਠ ਵਿੱਚ ਨੇ, ਪਰ ਇੱਕ ਤਰ੍ਹਾਂ ਦੇ ਨਾਲ ਉਹ ਜ਼ਮਾਨਤ ਸੀਗੀ ਉਹਨਾਂ ਦੀ ਆਪਣੇ ਪੁੱਤਰ ਦੀ ਬਗਾਵਤ ਨੂੰ ਰੋਕਣ ਲਈ। ਤੇ ਇੱਥੇ ਇਹ ਜਿਹੜੀ ਆਪਾਂ ਸਫੇਦ ਮਸਜਿਦ ਦੇਖ ਰਹੇ ਹਾਂ ਜੀ, ਇਹਦੇ ਵਿੱਚ ਹੀ ਉਹ ਪੜ੍ਹੇ ਆ ਜੀ। ਇੱਥੇ ਦੁਨੀਆ ਦੇ ਆਲਾ ਕਿਸਮ ਦੇ ਇਸਲਾਮੀ ਸਕਾਲਰ ਉਦੋਂ ਮੌਜੂਦ ਸਨ। ਇਸਲਾਮ ਦੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਇਹ ਯੂਨੀਵਰਸਿਟੀਆਂ ਨੇ, ਅੱਜ ਦੀ ਬੋਲੀ ਦੇ ਵਿੱਚ ਆਪਾਂ ਕਹਿੰਦੇ ਨੇ ਕਿ ਯੂਨੀਵਰਸਿਟੀਆਂ ਨੇ। ਤੋ ਜਿਹੜਾ ਪੰਜਾਬ ਦਾ ਇਤਿਹਾਸ ਲਿਖਣ ਵਾਲੇ ਵੱਡੇ ਪੁਰਾਣੇ ਮੁਸਲਮਾਨ ਇਤਿਹਾਸਕਾਰ ਨੇ, ਮੁਹੰਮਦ ਲਤੀਫ ਹੈ ਜਾਂ ਬੂਟੇ ਸ਼ਾਹ ਹੈ, ਇਸ ਤਰ੍ਹਾਂ ਦੇ ਜਿਹੜੇ ਲੇਖਕ ਨੇ, ਉਹਨਾਂ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਜਿੱਡੇ ਜਿੱਡੇ ਵੱਡੇ ਆਲਿਮ ਫਾਜ਼ਲ ਇੱਥੇ ਸੁਲਤਾਨਪੁਰ ਲੋਧੀ ਰਹਿੰਦੇ ਸਨ, ਇਹਦਾ ਮੁਕਾਬਲਾ ਸ਼ਾਇਦ ਦਿੱਲੀ ਦੇ ਜਾਂ ਕਿਸੇ ਹੋਰ ਵੱਡੀ ਜਗ੍ਹਾ ਦੇ ਜਿਹੜੇ ਵਿਦਵਾਨ ਸਨ ਇਸਲਾਮਕ, ਉਹ ਵੀ ਨਹੀਂ ਸਨ ਕਰ ਸਕਦੇ। ਕਿਉਂਕਿ ਇੱਥੇ ਰਹਿਣ ਵਾਲੇ ਜਿਹੜੇ ਜ਼ਿਆਦਾਤਰ ਉਸਤਾਦ ਸਨ ਉਹ ਈਰਾਨ ਤੋਂ, ਇਰਾਕ ਤੋਂ, ਔਰ ਜਿਹੜੇ ਅੱਜ ਕੱਲ੍ਹ ਨੇ ਨਾ ਬਲਖ, ਬੁਖਾਰਾ, ਤੁਰਕਮਨਿਸਤਾਨ, ਉਜ਼ਬੇਕਿਸਤਾਨ, ਉੱਧਰੋਂ ਫਕੀਰ ਆਉਂਦੇ ਸਨ ਮਾਈਗ੍ਰੇਟ ਕਰਕੇ ਇੱਧਰ ਇਸਲਾਮ ਦਾ ਪ੍ਰਚਾਰ ਕਰਨ ਲਈ, ਕਿਉਂਕਿ ਉਹ ਤਾਂ ਪੂਰੇ ਮੁਸਲਮਾਨ ਬਣ ਗਏ ਸਨ ਇਲਾਕੇ। ਇੱਧਰ ਅਜੇ ਮੁਸਲਮਾਨ ਮੱਤ ਦੀ ਗਿਣਤੀ ਘੱਟ ਸੀ, ਤਾਂ ਉਹ ਇੱਧਰ ਆਉਂਦੇ ਸਨ ਇਸਲਾਮ ਦਾ ਪ੍ਰਚਾਰ ਕਰਨ ਲਈ। ਤਾਂ ਜਿਹੜਾ ਚੰਗਾ ਵਧੀਆ ਵਿਦਿਆਰਥੀ ਹੁੰਦਾ ਸੀ ਉਹਨੂੰ ਉਸਤਾਦ ਕਹਿੰਦੇ ਸਨ, ਤੂੰ ਹਿੰਦ ਵਿੱਚ ਜਾ ਕੇ ਇਸਲਾਮ ਦਾ ਪ੍ਰਚਾਰ ਕਰ, ਦਾਵਤ ਦੇ। ਤਾਂ ਇੱਧਰ ਆਉਂਦੇ ਸਨ। ਤਾਂ ਇੱਥੇ ਉਹਨਾਂ ਦਾ ਬੜਾ ਵੱਡਾ ਗੜ੍ਹ ਸੀ। ਉਸ ਜ਼ਮਾਨੇ ਵਿੱਚ ਦਾਰਾ ਸ਼ਿਕੋ ਵੀ ਇੱਥੇ ਪੜ੍ਹਿਆ ਤੇ ਔਰੰਗਜ਼ੇਬ ਵੀ ਇੱਥੇ ਪੜ੍ਹਿਆ। ਹੁਣ ਦੋਵੇਂ ਧਾਰਾ ਹੀ ਨੇ। ਹੁਣ ਦਾਰਾ ਸ਼ਿਕੋ ਵਰਗਾ ਖੁੱਲ੍ਹ ਦਿਲਾ ਤੇ ਸੈਕੂਲਰ ਬੰਦਾ ਕੋਈ ਨਹੀਂ ਸੀ, ਔਰੰਗਜ਼ੇਬ ਵਰਗਾ ਕੱਟੜ ਤੇ ਸੰਗਦਿਲ ਕੋਈ ਨਹੀਂ ਸੀ। ਹੁਣ ਦਾਰਾ ਸ਼ਿਕੋ ਵੀ ਇੱਥੋਂ ਹੀ ਪੜ੍ਹਿਆ ਹੈ, ਉਹਨੂੰ ਉਸਤਾਦ ਉਸ ਤਰ੍ਹਾਂ ਦੇ ਮਿਲੇ, ਉਹਦੇ ਪੁਰਾਣੇ ਕਰਮ ਉਸ ਤਰ੍ਹਾਂ ਦੇ ਜਾਗੇ, ਉਹਦਾ ਮਨ ਉਸ ਤਰ੍ਹਾਂ ਦਾ ਬਣ ਗਿਆ। ਤੇ ਔਰੰਗਜ਼ੇਬ ਵੀ ਇੱਥੋਂ ਪੜ੍ਹਿਆ। ਔਰੰਗਜ਼ੇਬ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਮਿਲੀ ਉਹ ਉੱਦਾਂ ਦਾ ਬਣ ਗਿਆ, ਦਾਰਾ ਸ਼ਿਕੋ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਮਿਲੀ ਉਹ ਉੱਦਾਂ ਦਾ ਬਣ ਗਿਆ। ਤਾਂ ਮਤਲਬ ਇਹ ਹੈ ਕਿ ਏਡੀ ਵੱਡੀ ਇੱਥੇ ਯੂਨੀਵਰਸਿਟੀ ਸੀ ਔਰ ਉਹਦੇ ਵਿੱਚ ਇੰਨੇ ਵੱਡੇ ਆਲਿਮ ਫਾਜ਼ਿਲ ਸਨ ਕਿ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਕਲਪਨਾ ਕਰਨੀ ਵੀ ਮੁਸ਼ਕਲ ਹੈ ਕਿ ਇਸ ਜਗ੍ਹਾ ਦਾ ਮੁਕਾਮ ਉਹਨਾਂ ਜ਼ਮਾਨਿਆਂ ਦੇ ਵਿੱਚ ਕੀ ਹੁੰਦਾ ਸੀ। ਜਿਵੇਂ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਨਾ ਦਾਰੁਲ ਉਲੂਮ, ਉਹਦੀ ਅੱਜ ਮਾਨਤਾ ਹੈ, ਪਰ ਸੁਲਤਾਨਪੁਰ ਲੋਧੀ ਦੀ ਉਹਦੇ ਮੁਕਾਬਲੇ ਦੀ ਮਹਾਨਤਾ ਉਹਨਾਂ ਜ਼ਮਾਨਿਆਂ 'ਚ ਹੁੰਦੀ ਸੀ। ਦਰਸ਼ਕੋ, ਬੜੀਆਂ ਅਸੀਂ ਸੁੰਦਰ ਜਾਣਕਾਰੀਆਂ ਪ੍ਰਾਪਤ ਕੀਤੀਆਂ ਨੇ ਸਿਆਣੇ ਵੀਰਾਂ ਦੇ ਕੋਲੋਂ, ਖੋਜੀ ਵੀਰਾਂ ਕੋਲੋਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਗਿਆਨ ਕਿਤੋਂ ਵੀ ਪ੍ਰਾਪਤ ਹੋ ਜਾਵੇ ਸਾਨੂੰ ਜ਼ਰੂਰ ਲੈਣਾ ਚਾਹੀਦਾ। ਤਾਂ ਮੈਂ ਤਾਂ ਅਕਸਰ ਹੀ ਇੱਕ ਭਾਲ ਦੇ ਵਿੱਚ ਰਹਿਣਾ ਹੁੰਦਾ ਵਾਂ ਵੀ ਮੈਨੂੰ ਕੋਈ ਖੋਜ ਭਰਪੂਰ ਜਾਣਕਾਰੀ ਦੇਣ ਵਾਲਾ ਵੀਰ ਕਿਤੇ ਵੀ ਮਿਲ ਜਾਵੇ ਤੇ ਮੈਂ ਉਹਦੇ ਕੋਲੇ ਕੋਹਾਂ ਦਾ ਸਫ਼ਰ ਕਰਕੇ ਵੀ ਪਹੁੰਚ ਕਰ ਜਾਂਦਾ ਹੁੰਦਾ ਵਾਂ। ਅੱਜ ਮੈਂ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚਿਆ ਵਾਂ। ਭਾਵੇਂ ਕਿ ਸੁਲਤਾਨਪੁਰ ਲੋਧੀ ਨੂੰ ਅਸੀਂ ਇੱਕ ਇਤਿਹਾਸਿਕ ਸ਼ਹਿਰ ਵਜੋਂ ਵੇਖਦੇ ਹਾਂ, ਪਰ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਇਕੱਲਾ ਇਤਿਹਾਸਿਕ ਪੱਖ ਤੋਂ ਨਾ ਵੇਖੋ, ਰਾਜਨੀਤਿਕ ਤੌਰ ਦੇ ਉੱਪਰ ਦੇਖੋ ਵੀ ਇਸ ਸ਼ਹਿਰ ਨੇ ਕੀ ਕੁਝ ਵੇਖਿਆ, ਧਾਰਮਿਕ ਤੌਰ ਦੇ ਉੱਪਰ ਸ਼ਹਿਰ ਨੂੰ ਵੇਖੋ ਵੀ ਇਸ ਸ਼ਹਿਰ ਦੀਆਂ ਗਤੀਵਿਧੀਆਂ ਕੀ ਰੱਖੀਆਂ ਨੇ, ਸਮਾਜ ਨੂੰ ਕੀ ਦੇਣ ਰੱਖੀ ਹੈ। ਤੀਜੇ ਨੰਬਰ ਦੇ ਉੱਪਰ ਜੇ ਅਸੀਂ ਗੱਲ ਕਰੀਏ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਇਸ ਸ਼ਹਿਰ ਦੇ ਵਿੱਚੋਂ ਕੀ ਕੁਝ ਅੱਗੇ ਚੱਲਿਆ,
ਕਿੰਨੇ ਵਿਦਵਾਨ ਪੈਦਾ ਕੀਤੇ ਨੇ, ਕਿੰਨੇ ਸਕਾਲਰ ਪੈਦਾ ਕੀਤੇ ਨੇ, ਕਿੰਨੇ ਰਾਈਟਰ ਪੈਦਾ ਕੀਤੇ ਨੇ, ਸਾਨੂੰ ਇਹ ਸਮਝਣਾ ਪੈਣਾ ਹੈ। ਪਰ ਜਦੋਂ ਅਸੀਂ ਗੱਲ ਸੁਲਤਾਨਪੁਰ ਲੋਧੀ ਦੀ ਕਰਦੇ ਹਾਂ ਤਾਂ ਬੜਾ ਕੁਝ ਇਹਦੇ ਵਿੱਚੋਂ ਲੱਭਦਾ ਹੈ। ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਇੱਥੇ ਕੱਲੀਆਂ ਪੁਰਾਣੀਆਂ ਇੱਟਾਂ ਨਹੀਂ ਬਿਖਰੀਆਂ ਹੋਈਆਂ, ਇੱਟ ਵਿੱਚ ਇਤਿਹਾਸ ਹੈ, ਪਰ ਸਾਨੂੰ ਜਾ ਕੇ ਫਰੋਲਣਾ ਪੈਣਾ। ਤੇ ਅੱਜ ਮੈਂ ਆਇਆ ਮਾਂ ਨਵਾਬ ਦੌਲਤ ਖਾਂ ਲੋਧੀ ਦੇ ਕਿਲੇ ਦੇ ਅੰਦਰ। ਤੁਸੀਂ ਵੇਖ ਰਹੇ ਹੋ ਪ੍ਰਾਚੀਨ ਦੀਵਾਰਾਂ, ਤੁਸੀਂ ਵੇਖ ਰਹੇ ਹੋ ਖੰਡਰ, ਤੁਸੀਂ ਵੇਖ ਰਹੇ ਹੋ ਅਨੇਕ ਪ੍ਰਕਾਰ ਦੀਆਂ ਐਸੀਆਂ ਛੋਟੇ ਮਕਾਨ, ਕੋਠੜੀਆਂ, ਸ਼ਾਇਦ ਇੱਥੇ ਇਹਨਾਂ ਦੇ ਕਰਮਚਾਰੀਆਂ ਦੀ ਰਿਹਾਇਸ਼ ਹੁੰਦੀ ਹੋਵੇਗੀ। ਪਰ ਖੈਰ ਬੜਾ ਕੁਛ ਹੈ ਤੁਹਾਡੇ ਨਾਲ ਸਾਂਝਾ ਕਰਨ ਵਾਲਾ। ਪਰ ਗੱਲ ਕਰਦੇ ਹਾਂ ਇਸੇ ਕਿਲੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪੈਂਦੇ ਨੇ। ਆਉਣ ਦਾ ਸਬਬ ਕੀ ਬਣਦਾ, ਆਓ ਜਾਣਦੇ ਹਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਦੇ ਕੋਲੋਂ। ਵੀਰ ਜੀ, ਬੜੀ ਸੁੰਦਰ ਤੁਸੀਂ ਸਾਨੂੰ ਜਾਣਕਾਰੀਆਂ ਦਿੱਤੀਆਂ ਨੇ। ਜਿਸ ਕਿਲੇ ਦੇ ਵਿੱਚ ਆਪਾਂ ਖਲੋਤੇ ਹਾਂ, ਇਸ ਕਿਲੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ ਹੈ। ਤੇ ਜਿਸ ਮਸਜਿਦ, ਸਫੇਦ ਮਸਜਿਦ ਦੀ ਆਪਾਂ ਗੱਲ ਕਰਦੇ ਹਾਂ ਵੀ ਇਹ ਸਫੇਦ ਮਸਜਿਦ ਇੱਕ ਡਾਕੂਮੈਂਟਰੀ ਪ੍ਰੂਫ ਹੈ ਕਿ ਇੱਥੇ ਹੀ 2 ਬਾਦਸ਼ਾਹ ਵੱਡੇ ਪੜ੍ਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਦਾ ਸਬਬ ਵੀ ਇਸ ਮਸਜਿਦ ਦੇ ਨਾਲ ਜੁੜਦਾ। ਮੈਂ ਚਾਹਾਂਗਾ ਉਹ ਵੀ ਜਾਣਕਾਰੀ ਸਾਨੂੰ ਜ਼ਰੂਰ ਦਿਓ। ਗੁਰੂ ਸਾਹਿਬ ਜੀ ਦੇ ਪਹਿਲੀ ਵਾਰ ਇਸ ਕਿਲੇ ਦੇ ਵਿੱਚ ਜਦੋਂ ਚਰਨ ਪਏ ਨੇ, ਜਦੋਂ ਭਾਈਆ ਜੈ ਰਾਮ ਜੀ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਏ ਨੇ ਬਾਦਸ਼ਾਹ ਦੇ, ਸੁਲਤਾਨ ਦੇ ਸਾਹਮਣੇ ਪੇਸ਼ ਕਰਨ ਲਈ, ਕਿ ਸਿਫਾਰਿਸ਼ ਪਹਿਲਾਂ ਹੀ ਕੀਤੀ ਹੋਈ ਸੀ ਕਿ ਜੇ ਆਪ ਨੂੰ ਚੰਗਾ ਲੱਗੇ ਤਾਂ ਸਾਡੇ ਕੋਲ ਇੱਕ ਬਹੁਤ ਹੀ ਦਿਆਨਤਦਾਰ, ਬਹੁਤ ਹੀ ਇਮਾਨਦਾਰ ਤੇ ਖੁਦਾ ਦੇ ਭੈ ਵਾਲਾ ਇੱਕ ਪੜ੍ਹਿਆ ਲਿਖਿਆ ਸਿਆਣਾ ਨੌਜਵਾਨ ਹੈ, ਜੇ ਉਹਨੂੰ ਤੁਸੀਂ ਮੋਦੀ ਖਾਨੇ ਦੇ ਵਿੱਚ ਨਿਯੁਕਤ ਕਰਦੇ ਹੋ ਤਾਂ ਉਹ ਆਪ ਦੀ ਬੜੀ ਚੰਗੀ ਖਿਦਮਤ ਕਰੇਗਾ। ਤਾਂ ਨਵਾਬ ਨੇ ਬੁਲਾ ਲਿਆ ਕਿ ਲਿਆਓ, ਜਿਵੇਂ ਇੰਟਰਵਿਊ ਲਈ ਸੱਦਿਆ ਜਾਂਦਾ, ਕੋਈ ਵੀ ਜੌਬ ਇੰਟਰਵਿਊ ਹੁੰਦਾ। ਤਾਂ ਗੁਰੂ ਸਾਹਿਬ ਜੀ ਨੂੰ ਭਾਈਆ ਜੈ ਰਾਮ ਜੀ ਨਾਲ ਲੈ ਕੇ ਆਏ। ਤਾਂ ਜਿਸ ਦਰਵਾਜ਼ੇ ਰਾਹੀਂ ਆਪਾਂ ਐਂਟਰ ਹੋਏ ਹਾਂ, ਇੱਕ ਇਹ ਦਰਵਾਜ਼ਾ ਹੈ, ਇਹ ਮੇਨ ਦਰਵਾਜ਼ਾ, ਮੁੱਖ ਦਰਵਾਜ਼ਾ ਹੈ। ਪਰ ਇਹਦੇ ਤੋਂ ਇਲਾਵਾ ਵੀ 2 ਦਰਵਾਜ਼ੇ ਹੋਰ ਨੇ ਕਿਲੇ ਦੇ। ਹੁਣ ਕਿਹੜੇ ਦਰਵਾਜ਼ੇ ਰਾਹੀਂ ਐਂਟਰ ਹੋਏ ਨੇ, ਅੱਜ ਤਾਂ ਇਹ ਮੇਨ ਦਰਵਾਜ਼ਾ, ਆਪਾਂ ਸਾਰੇ ਇਸੇ ਦਰਵਾਜ਼ੇ ਰਾਹੀਂ ਆਉਂਦੇ ਹਾਂ। ਇਹ ਖੋਜ ਤਲਬ ਹੈ। ਗੁਰੂ ਸਾਹਿਬ ਮਹਾਰਾਜ ਜੀ ਜਦੋਂ ਆਏ ਨੇ ਤਾਂ ਉਹਨਾਂ ਦਾ ਸਿੱਧਾ ਆਉਣਾ ਦਰਬਾਰ ਹਾਲ ਦੇ ਵਿੱਚ ਹੋਇਆ। ਜਿਹੜਾ ਦਰਬਾਰ ਹਾਲ ਮਸਜਿਦ ਦੇ ਨਾਲ ਹੀ ਹੈ, ਇਹ ਚੌਥਾ ਕੁ ਹਿੱਸਾ ਦਰਬਾਰ ਹਾਲ ਬਚਿਆ, ਬਾਕੀ 3 ਹਿੱਸੇ ਢਹਿ ਚੁੱਕਾ ਹੈ। ਇਹ ਦਰਬਾਰ ਹਾਲ ਦੇ ਅੰਦਰ ਇੱਕ ਉੱਚਾ ਤਖਤ ਸੀ ਜਿਹਦੇ ਉੱਤੇ ਨਵਾਬ ਆਪ ਬੈਠਦਾ ਸੀ। ਨਵਾਬ ਸ਼ਬਦ ਤਾਂ ਬਾਅਦ ਵਿੱਚ ਆਇਆ ਨਾ, ਉਹਨਾਂ ਜ਼ਮਾਨਿਆਂ ਦੇ ਸ਼ਬਦ ਸਨ ਸੁਲਤਾਨ। ਮੁਗਲ ਕਾਲ ਦੇ ਵਿੱਚ ਇਹ ਨਵਾਬ ਸ਼ਬਦ ਆਇਆ, ਪੁਰਾਣਾ ਸ਼ਬਦ ਸੁਲਤਾਨ ਸੀ, ਸੁਲਤਾਨ ਬਹਿੰਦਾ ਸੀ। ਜਦੋਂ ਸਾਰੇ ਅੱਗੇ ਆਏ ਤਾਂ ਹਰ ਕਿਸੇ ਨੇ ਰਿਵਾਜ ਦੇ ਮੁਤਾਬਕ ਝੁਕ ਕੇ ਸਲਾਮ ਕੀਤਾ, ਔਰ ਜਦੋਂ ਝੁਕਦੇ ਸਨ ਜਿਵੇਂ ਕਮਾਨ ਹੁੰਦੀ ਹੈ ਇਸ ਤਰ੍ਹਾਂ ਲੱਕ ਟੇਢਾ ਹੋ ਜਾਂਦਾ ਸੀ, ਪੂਰਾ ਝੁਕਦੇ ਸਨ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਅੰਦਰ ਪ੍ਰਵੇਸ਼ ਹੋਏ ਤਾਂ ਮਹਾਰਾਜ ਝੁਕੇ ਨਹੀਂ। ਤਾਂ ਜਿਹੜੇ ਲਾਗੇ ਸਨ ਚੁਗਲਖੋਰ, ਉਹਨਾਂ ਨੇ ਚੁਗਲੀ ਮਾਰੀ ਕਿ ਸੁਲਤਾਨ, ਇਹ ਬੰਦਾ ਤਾਂ ਤੁਹਾਨੂੰ ਝੁਕ ਕੇ ਸਲਾਮ ਨਹੀਂ ਕਰ ਰਿਹਾ, ਇਸ ਬੰਦੇ ਨੂੰ ਤੁਸੀਂ ਏਡੇ ਵੱਡੇ ਅਹੁਦੇ 'ਤੇ ਨਿਯੁਕਤ ਕਰਨਾ ਚਾਹੁੰਦੇ ਹੋ। ਤਾਂ ਸੁਲਤਾਨ ਨੇ ਗੁਰੂ ਸਾਹਿਬ ਜੀ ਦੀ ਇਸ ਅਦਾ ਨੂੰ ਇੱਕ ਬਹੁਤ ਹੀ ਸਾਫ਼ ਦਿਲ ਵਾਲੀ ਗੱਲ ਸਮਝਿਆ, ਔਰ ਉਹਨੇ ਇਹ ਗੱਲ ਕਹੀ ਕਿ ਮੈਨੂੰ ਝੁਕਣ ਵਾਲੇ ਨਹੀਂ ਚਾਹੀਦੇ, ਮੈਨੂੰ ਕੋਈ ਦਿਆਨਤਦਾਰ ਬੰਦਾ ਚਾਹੀਦਾ। ਵੀ ਝੁਕਣ ਵਾਲੇ ਤਾਂ ਬਹੁਤ ਨੇ, 100 ਸਲਾਮਾਂ ਵੀ ਲੋਕ ਕਰੀ ਜਾਂਦੇ ਨੇ, ਪਰ ਦਿਲ ਖੋਟਾ ਹੈ ਅੰਦਰੋਂ। ਤਾਂ ਉਹ ਗੁਰੂ ਸਾਹਿਬ ਜੀ ਦੀ ਇਸ ਅਦਾ ਦੇ ਉੱਤੇ ਬਹੁਤ ਮਸ਼ਗੂਲ ਹੋਇਆ। ਉਹਨੇ ਜਦੋਂ 1-2 ਬਚਨ ਬਿਲਾਸ ਗੁਰੂ ਸਾਹਿਬ ਜੀ ਦੇ ਨਾਲ ਕੀਤੇ, ਭਾਵੇਂ ਕਿ ਇਤਿਹਾਸ ਕਹਿੰਦਾ ਹੈ ਕਿ ਭਾਈਆ ਜੈ ਰਾਮ ਜੀ ਦਾ ਦਿਲ ਡਰ ਰਿਹਾ ਸੀ ਕਿ ਇਹ ਕੀ ਕਰੀ ਜਾ ਰਹੇ ਨੇ ਮਹਾਰਾਜ, ਰਿਵਾਜ ਮੁਤਾਬਕ ਝੁਕੇ ਨਹੀਂ, ਔਰ ਬੇਝਿਜਕ ਹੋ ਕੇ ਨਵਾਬ ਦੇ ਅੱਗੇ ਉਹਦੀਆਂ ਗੱਲਾਂ ਦਾ ਉੱਤਰ ਦੇ ਰਹੇ ਨੇ। ਔਰ ਕੋਈ ਵੀ ਜਿਵੇਂ ਆਮ ਫਾਰਮੈਲਿਟੀ ਦੇ ਸ਼ਬਦ ਹੁੰਦੇ ਨੇ ਨਾ ਵੱਡੇ ਲੋਕਾਂ ਵਾਸਤੇ, ਕਈ ਸ਼ਬਦ ਵਰਤੀ ਜਾਂਦੇ ਆ, ਇਸ ਤਰ੍ਹਾਂ ਦੀ ਕੋਈ ਸ਼ਬਦਾਵਲੀ ਨਹੀਂ ਵਰਤ ਰਿਹਾ, ਕਿਉਂਕਿ ਉਹਦੇ ਅੱਗੇ ਜਾਂਦੇ ਸਨ ਉਹਨੂੰ ਰਿਜ਼ਕ ਦਾਤਾ ਕਹਿੰਦੇ ਸਨ, ਉਹਨੂੰ ਕਈ ਗੱਲਾਂ ਕਹਿੰਦੇ ਸਨ, ਪਰ ਗੁਰੂ ਸਾਹਿਬ ਨੇ ਕੁਝ ਵੀ ਨਹੀਂ ਕਿਹਾ। ਤਾਂ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਨਵਾਬ ਨੇ ਆਪਣੇ ਮੂੰਹ ਇਹ ਗੱਲ ਕਹੀ ਕਿ ਗੁਰੂ ਸਾਹਿਬ ਜੀ ਜਦੋਂ ਮੁਸਕਰਾਏ ਨੇ ਤਾਂ ਆਪਣੇ ਮੂੰਹੋਂ ਨਵਾਬ ਨੇ ਕਹੀ ਕਿ ਇਹ ਮੈਨੂੰ ਦਿਆਨਤਦਾਰ ਲੱਗਦਾ ਹੈ। ਤਾਂ ਉਹਦੇ ਮਨ ਦੇ ਵਿੱਚ ਇੱਕ ਗੱਲ ਬਹਿ ਗਈ ਸੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਦੇ ਪ੍ਰਤੀ। ਤਾਂ ਨਵਾਬ ਗੁਰੂ ਸਾਹਿਬ ਜੀ ਦੇ ਪ੍ਰਤੀ ਪੂਰੀ ਤਰ੍ਹਾਂ ਮੁਤਮਈਨ ਸੀ ਕਿ ਇਹਨਾਂ ਵਰਗਾ ਬੰਦਾ ਮੇਰੇ ਰਾਜ ਦੇ ਵਿੱਚ ਕਦੇ ਗੜਬੜ ਨਹੀਂ ਪੈਦਾ ਕਰੇਗਾ, ਇਹ ਮੇਰੇ ਵਾਸਤੇ ਲਾਹੇਵੰਦ ਹੋਏਗਾ। ਬਿਲਕੁਲ ਜੀ, ਬਿਲਕੁਲ, ਬੜਾ ਸੁੰਦਰ ਢੰਗ 'ਚ ਤੁਸੀਂ ਜਾਣਕਾਰੀ ਦਿੱਤੀ ਹੈ ਵੀ ਫਸਟ ਟਾਈਮ ਉਦੋਂ ਆਏ, ਸੈਕਿੰਡ ਟਾਈਮ ਇਸ ਮਸਜਿਦ ਦੇ ਨਾਲ ਇੱਕ ਨਾਤਾ ਜੁੜਦਾ ਹੈ। ਮੈਂ ਚਾਹਾਂਗਾ ਉਹ ਘਟਨਾ ਦਾ ਜ਼ਰੂਰ ਵੇਰਵਾ ਪਾਓ। ਇਹ ਨਾਤਾ ਉਦੋਂ ਜੁੜਦਾ ਹੈ ਜਦੋਂ ਗੁਰੂ ਸਾਹਿਬ ਜੀ ਸੁਲਤਾਨਪੁਰ ਰਹਿੰਦਿਆਂ ਲਗਭਗ ਪੌਣੇ 15 ਸਾਲ ਬਿਤਾ ਚੁੱਕੇ ਨੇ।
ਔਰ ਇਸ ਕਿਲੇ ਦੇ ਵਿੱਚ ਕਈ ਵਾਰਾਂ ਆ ਚੁੱਕੇ ਨੇ, ਕਈ ਵਾਰਾਂ ਜਾ ਚੁੱਕੇ ਨੇ, ਪਰ ਇਸ ਮਸੀਤ ਦੇ ਨਾਲ ਉਹਨਾਂ ਦਾ ਨਾਤਾ 15 ਸਾਲ ਬਾਅਦ ਜਾ ਕੇ ਜੁੜਦਾ। ਉਹ ਉਦੋਂ ਜੁੜਦਾ ਜਦੋਂ ਗੁਰੂ ਸਾਹਿਬ ਜੀ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਤਾਂ ਸਾਂਝੀਵਾਲਤਾ ਦਾ ਸੁਨੇਹਾ ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਸੁਣ ਕੇ ਕਾਜੀ ਨੂੰ ਅੱਗ ਲੱਗ ਉੱਠੀ ਔਰ ਕਾਜੀ ਨੇ ਨਵਾਬ ਨੂੰ ਚੁੱਕਣਾ ਦਿੱਤੀ। ਤਾਂ ਔਰ ਇਹ ਸ਼ਬਦਾਵਲੀ ਵੀ ਨਾਲ ਉੱਥੇ ਆਉਂਦੀ ਹੈ ਕਿ ਜੇ ਤੁਹਾਡੇ ਵਾਸਤੇ ਸਭ ਕੁਝ ਸਾਂਝਾ ਹੈ, ਜੇ ਤੁਸੀਂ ਸਾਰਿਆਂ ਦੇ ਸਾਂਝੇ ਹੋ, ਤੁਹਾਡੇ ਲਈ ਕੋਈ ਬੇਗਾਨਾ ਨਹੀਂ, ਤਾਂ ਆਓ ਫਿਰ ਸਾਡੇ ਨਾਲ ਮਸੀਤ ਵਿੱਚ ਚੱਲੋ ਤੇ ਜਾ ਕੇ ਨਮਾਜ਼ ਪੜ੍ਹੋ। ਉਹਨਾਂ ਜ਼ਮਾਨਿਆਂ ਦਾ ਇਹ ਰਿਵਾਜ ਸੀ ਕਿ ਕਿਉਂਕਿ ਆਪਾਂ ਜਾਣਦੇ ਹਾਂ, ਆਪ ਸਿਆਣੇ ਹੋ, ਕਿ ਜਦੋਂ ਮੁਸਲਮਾਨ ਕੋਈ ਬਣਦਾ ਹੈ ਨਾ, ਅਸੀਂ ਤਾਂ ਜਦੋਂ ਸਿੱਖ ਬਣਨਾ ਤੇ ਅੰਮ੍ਰਿਤ ਸੰਚਾਰ ਹੋਣਾ ਹੈ, 2-2.5 ਘੰਟੇ ਦਾ ਪ੍ਰੋਸੈਸ ਹੈ। ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਫਿਰ ਅੰਮ੍ਰਿਤ ਛਕਾਇਆ ਜਾਣਾ ਹੈ ਇਕੱਲੇ ਇਕੱਲੇ ਨੂੰ। ਤੇ ਮੁਸਲਮਾਨ ਬਣਨਾ ਉਹ ਮੇਰਾ ਖਿਆਲ 2 ਮਿੰਟ ਵੀ ਨਹੀਂ ਲੱਗਦੇ ਕਿ ਇੱਕ ਕਲਮਾ ਹੀ ਪੜ੍ਹਨਾ ਹੈ ਨਾ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲ ਅੱਲਾਹ, ਇੰਨੀ ਗੱਲ ਕਹਿ ਦਿੱਤੀ, ਕਹਿੰਦੇ ਤੂੰ ਬਣ ਗਿਆ ਮੁਸਲਮਾਨ। ਜੇ ਕੋਈ ਗਲਤੀ ਨਾਲ ਵੀ ਇਹ ਸ਼ਬਦ ਬੋਲ ਦਿੰਦਾ ਸੀ ਤਾਂ ਉਹਨਾਂ ਦਾ ਰਾਜ ਸੀ, ਉਹ ਗਰਦਨ ਤੇ ਤਲਵਾਰ ਰੱਖ ਦਿੰਦੇ ਸਨ ਵੀ ਤੂੰ ਹੁਣ ਕਲਮਾ ਪੜ੍ਹ ਲਿਆ, ਤੂੰ ਹੁਣ ਮੁਸਲਮਾਨ ਹੈ। ਤੇ ਜੇ ਤੂੰ ਇਨਕਾਰ ਕਰੇਗਾ ਮੈਂ ਮੁਸਲਮਾਨ ਨਹੀਂ, ਤਾਂ ਕੁਫਰ ਦਾ ਫਤਵਾ ਲਾ ਕੇ ਤੈਨੂੰ ਕਤਲ ਕੀਤਾ ਜਾਊਗਾ। ਤਾਂ ਜਦੋਂ ਉਹਨਾਂ ਨੇ ਮਸੀਤ ਵਿੱਚ ਆਉਣਾ ਸੀ, ਨਮਾਜ਼ ਪੜ੍ਹਨੀ ਸੀ, ਤਾਂ ਸਭ ਤੋਂ ਪਹਿਲਾਂ ਕਲਮਾ ਸ਼ਹਾਦਤ ਵੀ ਪੜ੍ਹਿਆ ਜਾਣਾ ਸੀ। ਤਾਂ ਉਹਨਾਂ ਦਾ ਮਤਲਬ ਇਹ ਸੀ ਕਿ ਜੇ ਗੁਰੂ ਸਾਹਿਬ ਜੀ ਆ ਕੇ ਕਲਮਾ ਸ਼ਹਾਦਤ ਪੜ੍ਹਨਗੇ ਤਾਂ ਰੌਲਾ ਪਾ ਦਿਆਂਗੇ ਕਿ ਗੁਰੂ ਸਾਹਿਬ ਤਾਂ ਮੁਸਲਮਾਨ ਹੋ ਗਏ ਨੇ, ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਗਏ ਨੇ। ਤੇ ਜਿਹੜੇ ਲੋਕ ਗੁਰੂ ਸਾਹਿਬ ਜੀ ਦੇ ਹਮਦਰਦ ਸਨ, ਜਿਵੇਂ ਭਾਈਆ ਜੈ ਰਾਮ ਜੀ ਦੇ ਘਰ ਦਾ ਇੱਕ ਨੌਕਰ ਸੀ ਪੰਡਿਤ ਨਿੱਧਾ, ਉਹਨਾਂ ਦਾ ਬੜਾ ਵਫਾਦਾਰ ਸੀ। ਤੇ ਜਦੋਂ ਉਹਨੇ ਜਾ ਕੇ ਬੇਬੇ ਨਾਨਕੀ ਜੀ ਨੂੰ ਖਬਰ ਦਿੱਤੀ ਕਿ ਇਸ ਤਰ੍ਹਾਂ ਨਵਾਬ ਨੇ ਤੇ ਕਾਜੀ ਨੇ ਗੁਰੂ ਸਾਹਿਬ ਨੂੰ ਕਿਹਾ ਸਾਡੇ ਨਾਲ ਚੱਲ ਕੇ ਮਸੀਤ ਵਿੱਚ ਨਮਾਜ਼ ਪੜ੍ਹੋ, ਤੇ ਮਹਾਰਾਜ ਉਹਨਾਂ ਦੇ ਨਾਲ ਤੁਰ ਪਏ ਨੇ। ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਨਾਨਕ ਮੁਸਲਮਾਨ ਹੋ ਚੱਲਿਆ, ਨਾਨਕ ਮੁਸਲਮਾਨ ਹੋ ਚੱਲਿਆ। ਭਾਈਆ ਜੈ ਰਾਮ ਜੀ ਦਾ ਮਨ ਘਬਰਾਇਆ ਕਿ ਇਹ ਸਾਡੀ ਕੁੱਲ ਨੂੰ ਦਾਗ ਲੱਗ ਜਾਏਗਾ। ਤਾਂ ਬੇਬੇ ਨਾਨਕੀ ਜੀ ਨੇ ਧਰਵਾਸ ਦੇ ਕੇ ਕਿਹਾ, ਸਵਾਮੀ ਜੀ ਤੁਸੀਂ ਵੇਖੋ ਤਾਂ ਸਹੀ ਮੇਰਾ ਵੀਰ ਕੌਤਕ ਕੀ ਕਰਦਾ। ਇਹ ਨਹੀਂ ਵੀ ਗੁਰੂ ਸਾਹਿਬ ਉਹ ਝੁਕਾਲਣ ਲੱਗੇ ਨੇ ਗੁਰੂ ਸਾਹਿਬ ਨੂੰ, ਤੁਸੀਂ ਅੱਗੇ ਦਾ ਵੇਖੋ ਬਣਦਾ ਕੀ ਹੈ। ਕੀ ਪਤਾ ਉਹਨਾਂ ਨੇ ਗੁਰੂ ਅੱਗੇ ਝੁਕਣਾ ਹੈ ਕਿ ਗੁਰੂ ਨੇ ਉਹਨਾਂ ਅੱਗੇ ਝੁਕਣਾ, ਇਹ ਨਹੀਂ ਅਜੇ ਪਤਾ। ਜਦੋਂ ਮਸਜਿਦ ਦੇ ਵਿੱਚ ਆਏ, ਇਹੀ ਉਹ ਪਾਕ ਜਗ੍ਹਾ ਹੈ। ਮਸਜਿਦ ਉਦੋਂ ਬਹੁਤ ਵੱਡੀ ਸੀ, ਹੁਣ ਤਾਂ ਜਿਵੇਂ ਆਪਾਂ ਵੇਖਦੇ ਹਾਂ ਕਿ ਇੱਕ ਪਾਸਾ ਇਹਦਾ ਜਿਹੜਾ ਥੱਲੇ ਵਾਲਾ ਹੈ, ਇਹ ਮੋਟੀ ਇੱਟ ਸਾਨੂੰ ਦੱਸਦੀ ਹੈ ਕਿ ਇਹ ਬਹੁਤ ਮਗਰੋਂ ਜਾ ਕੇ ਮੁਰੰਮਤ ਕੀਤੀ ਗਈ, ਕਿਉਂਕਿ ਮਸਜਿਦ ਨੂੰ ਵੀ ਬਹੁਤ ਆਘਾਤ ਪਹੁੰਚੇ ਨੇ, ਟੁੱਟ ਗਈ, ਔਰ ਇਹਦੇ ਮੀਨਾਰ ਵੀ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਸੋ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਦਰ ਐਂਟਰ ਹੋਏ ਨੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸੂਰਾ ਅਲ ਫਾਤਿਹਾ ਸ਼ੁਰੂ ਕੀਤਾ। ਜਿਵੇਂ ਉਹਨਾਂ ਸੂਰਾ ਫਾਤਿਹਾ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਜੀ ਪਹਿਲੀ ਕਤਾਰ ਵਿੱਚ ਖੜੇ ਨੇ, ਅੱਗੇ ਇਮਾਮਤ ਕਰ ਰਹੇ ਨੇ ਕਾਜੀ ਸਾਹਿਬ, ਤੇ ਨਾਲ ਖਲੋਤੇ ਹੋਏ ਨੇ ਪਹਿਲੀ ਕਤਾਰ 'ਚ ਨਵਾਬ ਸਾਹਿਬ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਵੱਲ ਵੇਖਿਆ ਤਾਂ ਮੇਰੇ ਪਾਤਸ਼ਾਹ ਜੀ ਮੁਸਕਰਾਏ। ਤਾਂ ਉਹਨਾਂ ਵੱਲ ਜਿਵੇਂ ਜਿਵੇਂ ਆਪ ਜੀ ਮੁਸਕਰਾਏ, ਹੁਣ ਕਾਜੀ ਦਾ ਧਿਆਨ, ਨਵਾਬ ਦਾ ਧਿਆਨ, ਉਹ ਥੋੜ੍ਹੇ ਥੋੜ੍ਹੇ ਚਿਰ ਬਾਅਦ ਗੁਰੂ ਸਾਹਿਬ ਵੱਲ ਵੇਖ ਲੈਂਦੇ ਨੇ। ਉਹਨਾਂ ਨੂੰ ਅੰਦਰ ਅੰਦਰ ਗੁੱਸਾ ਚੜ੍ਹ ਰਿਹਾ ਹੈ ਕਿ ਇਹ ਬੰਦਾ ਸਾਡਾ ਮਜ਼ਾਕ ਬਣਾ ਰਿਹਾ, ਇਹਦੀ ਕੀ ਜ਼ਰੂਰਤ ਹੋਈ ਸਾਡੇ ਵੱਲ ਵੇਖ ਕੇ ਹੱਸੇ। ਤਾਂ ਜਦੋਂ ਗੁਰੂ ਸਾਹਿਬ ਜੀ ਉੱਥੇ ਉਸੇ ਤਰ੍ਹਾਂ ਖੜੇ ਰਹੇ, ਮੁਸਕਰਾਉਂਦੇ ਰਹੇ, ਇਹਨਾਂ ਨੇ ਨਮਾਜ਼ ਪੜ੍ਹ ਲਈ। ਨਮਾਜ਼ ਪੜ੍ਹ ਕੇ ਫਿਰ ਇੱਕਦਮ ਗੁੱਸੇ ਨਾਲ ਭਰੇ ਹੋਏ ਆਣ ਕੇ ਕਹਿਣ ਲੱਗੇ ਕਿ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ ਹੈ, ਇਸਲਾਮ ਦੀ ਤੋਹੀਨ ਕੀਤੀ ਹੈ, ਤੁਸਾਂ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ। ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਮੈਂ ਕਿਹਦੇ ਨਾਲ ਪੜ੍ਹਦਾ, ਨਮਾਜ਼ ਤਾਂ ਪੜ੍ਹਨ ਵਾਲਾ ਇੱਥੇ ਕੋਈ ਵੀ ਨਹੀਂ ਸੀ, ਮੈਂ ਕਿਹਦੇ ਨਾਲ ਪੜ੍ਹਦਾ। ਤਾਂ ਕਾਜੀ ਨੇ ਤੇ ਸੁਲਤਾਨ ਨੇ ਹੈਰਾਨੀ ਨਾਲ ਆਖਿਆ ਵੀ ਅਸੀਂ ਨਹੀਂ ਸੀ ਨਮਾਜ਼ ਪੜ੍ਹ ਰਹੇ, ਅਸੀਂ ਵੀ ਤਾਂ ਪੜ੍ਹ ਹੀ ਰਹੇ ਸਾਂ ਨਾ। ਤਾਂ ਜਦੋਂ ਨਵਾਬ ਸਾਹਿਬ ਨੇ, ਸੁਲਤਾਨ ਨੇ, ਦੌਲਤ ਖਾਨ ਨੇ ਇੰਨੀ ਗੱਲ ਕਹੀ ਤਾਂ ਮਹਾਰਾਜ ਜੀ ਨੇ ਆਖਿਆ ਕਿ ਸੁਲਤਾਨ ਜਦੋਂ ਸਜਦਾ ਕਰ ਰਹੇ ਸੀ ਤਾਂ ਤੁਹਾਡਾ ਸਿਰ ਤਾਂ ਭਾਵੇਂ ਝੁਕ ਰਿਹਾ ਸੀ, ਤੁਹਾਡੇ ਸਰੀਰ ਨੇ ਤਾਂ ਜ਼ਰੂਰ ਹਰਕਤ ਕੀਤੀ ਸੀ ਉਠਕ ਬੈਠਕ ਦੀ, ਪਰ ਤੁਹਾਡਾ ਮਨ ਇੱਥੇ ਹਾਜ਼ਰ ਨਹੀਂ ਸੀ। ਤੁਹਾਡਾ ਮਨ ਤਾਂ ਕਾਬਲ ਕੰਧਾਰ ਦੀਆਂ ਮੰਡੀਆਂ ਦੇ ਵਿੱਚ ਘੋੜੇ ਖਰੀਦਦਾ ਪਿਆ ਸੀ। ਤਾਂ ਜਦੋਂ ਨੇ ਸਜਦਾ ਕੀਤਾ ਤਾਂ ਮਨ 'ਚ ਉਹਦੇ ਇਹੀ ਖਿਆਲ ਸੀ, ਇੱਕਦਮ ਕੰਬ ਗਿਆ, ਇਹ ਅੰਦਰ ਦੀ ਬੁੱਝ ਲਈ ਮੇਰੇ। ਤਾਂ ਜਦੋਂ ਕਾਜੀ ਨੇ ਆਖਿਆ ਮੇਰੇ ਨਾਲ ਪੜ੍ਹ ਲੈਂਦੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਾਜੀ ਸਾਹਿਬ ਜਦੋਂ ਤੁਸੀਂ ਸਜਦਾ ਕਰ ਰਹੇ ਸੋ ਤੇ ਤੁਹਾਡਾ ਮਨ ਵੀ ਆਪਣੇ ਘਰ ਵਿੱਚ ਸੀ ਕਿ ਤਾਜ਼ਾ ਸੂਈ ਘੋੜੀ ਦੀ ਵਛੇਰੀ ਉਹਨੂੰ ਕਿਤੇ ਇਹ ਨਾ ਹੋਵੇ ਖੁੱਲੀ ਫਿਰਦੀ ਹੋਵੇ ਤੇ ਉਹ ਕਿਤੇ ਖੂਹੀ ਵਿੱਚ ਡਿੱਗ ਕੇ ਮਰ ਨਾ ਜਾਂਦੀ ਹੋਵੇ। ਜਦੋਂ ਇੰਨੀ ਗੱਲ ਕਹੀ
ਤਾਂ ਨਵਾਬ ਨੇ ਕਾਜੀ ਵੱਲ ਵੇਖ ਕੇ ਆਖਿਆ ਕਿ ਕਾਜੀ ਸਾਹਿਬ ਝੂਠ ਨਾ ਬੋਲਿਓ, ਜੇ ਸੱਚ ਹੈ ਤਾਂ ਦੱਸ ਦਿਓ। ਤਾਂ ਕਾਜੀ ਦਾ ਵੀ ਸਿਰ ਹਾਂ 'ਚ ਹਿੱਲ ਗਿਆ ਕਿ ਬਿਲਕੁਲ ਗੱਲ ਇਸੇ ਤਰ੍ਹਾਂ ਹੀ ਸੀ। ਤਾਂ ਜਦੋਂ ਇੰਨੀ ਗੱਲ ਹੋਈ ਤਾਂ ਸਾਰੇ ਲੋਕਾਂ 'ਚ ਹਾਹਾਕਾਰ ਮਚ ਗਈ। ਨਵਾਬ ਤੇ ਕਾਜੀ ਦੋਵੇਂ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਏ ਔਰ ਬੇਨਤੀਆਂ ਕਰਨ ਲੱਗੇ ਕਿ ਮਹਾਰਾਜ ਆਪ ਇੱਥੇ ਰਹੋ, ਤੁਸੀਂ ਵਲੀ ਹੋ, ਤੁਸੀਂ ਅੰਬੀਆ ਹੋ, ਤੁਸੀਂ ਇੱਥੇ ਸੁਲਤਾਨਪੁਰ 'ਚ ਰਹੋ, ਅਸੀਂ ਤੁਹਾਡੀ ਸੇਵਾ ਕਰਾਂਗੇ, ਖਿਦਮਤ ਕਰਾਂਗੇ, ਜੋ ਕਹੋਗੇ ਅਸੀਂ ਮੰਨਾਂਗੇ, ਤੁਸੀਂ ਇੱਥੋਂ ਛੱਡ ਕੇ ਨਾ ਜਾਓ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਸੁਲਤਾਨ, ਸਾਨੂੰ ਸਾਡੇ ਕਰਤਾ ਪੁਰਖ ਜੀ ਦਾ ਹੁਕਮ ਹੈ, ਅਸੀਂ ਉਹਦਾ ਹੁਕਮ ਵਜਾਉਣ ਚੱਲੇ ਹਾਂ। ਤਾਂ ਆਪ ਜੀ ਤੁਰ ਪਏ। ਤਾਂ ਪੰਡਿਤ ਨਿੱਧਾ ਜੋ ਵੇਖਦਾ ਪਿਆ ਸੀ ਦੂਰੋਂ ਖੜਾ ਹੋ ਕੇ ਲੋਕਾਂ ਦੇ ਵਿੱਚ ਤਮਾਸ਼ਾ, ਉਹਨੇ ਜਾ ਕੇ ਰੌਲਾ ਪਾਇਆ ਔਰ ਵਧਾਈਆਂ ਦਿੱਤੀਆਂ ਔਰ ਆਖਿਆ ਕਿ ਬੇਬੇ ਜੀ ਵਧਾਈਆਂ ਹੋਣ, ਤੁਹਾਡੇ ਵੀਰ ਦੇ ਅੱਗੇ ਤਾਂ ਸਾਰਾ ਸੁਲਤਾਨਪੁਰ ਝੁਕ ਗਿਆ। ਤਾਂ ਜਾ ਕੇ ਭਾਈਆ ਜੈ ਰਾਮ ਜੀ ਦੇ ਮਨ ਨੂੰ ਤਸੱਲੀ ਹੋਈ। ਬੇਬੇ ਨਾਨਕੀ ਜੀ ਦਾ ਪਹਿਲਾਂ ਸਿਦਕ ਦੀ ਮੂਰਤ ਸਨ। ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇੱਥੋਂ ਚੱਲ ਕੇ ਬੇਬੇ ਨਾਨਕੀ ਜੀ ਦੇ ਘਰ ਪਹੁੰਚੇ। ਇੰਝ ਕਹਿ ਸਕਦੇ ਆ ਵੀ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਬਾਦਤ ਦੇ ਲਈ ਇਕੱਲੀ ਬਾਡੀ ਦੀ ਹਰਕਤ ਨਹੀਂ, ਤੁਹਾਡੀ ਸੁਰਤ ਦਾ ਉੱਤੇ ਹੋਣਾ ਵੀ ਬੜਾ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ। ਗੁਰੂ ਸਾਹਿਬ ਜੀ ਨੇ 10ਵੇਂ ਪਾਤਸ਼ਾਹੀ ਦੇ ਵੀ ਬਚਨ ਆਉਂਦੇ ਨੇ, ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ, ਉਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਿ ਸਿਜਦੇ ਤਾਂ ਆਸਾ ਕੀ ਵਾਰ ਵਿੱਚ ਬਚਨ ਆਉਂਦਾ ਹੈ ਕਿ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ ਜਰਦੇ ਕਸੁੱਦੇ ਜਾਹੇ। ਕਿ ਸਿਰ ਨਵਾ ਲੈਣਾ ਤੇ ਮਨ ਕਿਤੇ ਹੋਰ ਭਟਕਦਾ ਫਿਰਦਾ ਹੋਣਾ, ਇਹ ਇਬਾਦਤ ਨਹੀਂ ਹੈ। ਇਬਾਦਤ ਅਸਲ ਦੇ ਵਿੱਚ ਮਨ ਦੀ ਖੇਡ ਹੈ, ਇਹ ਸਰੀਰ ਦੀ ਖੇਡ ਤਾਂ ਹੈ ਹੀ ਨਹੀਂ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਮੋਦੀ ਖਾਨੇ ਦੀ ਕਾਰ ਸੇਵਾ ਸੰਭਾਲਦੀ ਹੈ ਉਦੋਂ ਵੀ ਇੱਥੇ ਆਪਣੇ ਦਸਤਕ ਦਿੰਦੇ ਨੇ, ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਛੱਡਦੇ ਨੇ ਉਦੋਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਧਰਤੀ ਦੇ ਉੱਪਰ ਆਪਣੇ ਮੁਬਾਰਕ ਚਰਨ ਪਾਉਂਦੇ ਨੇ। ਇੱਥੋਂ ਦੀਆਂ ਇੱਟਾਂ, ਇੱਥੋਂ ਦੇ ਡਾਕੂਮੈਂਟਰੀ ਪ੍ਰੂਫ ਅਤੇ ਇੱਥੋਂ ਦੀ ਸ਼ਾਇਦ ਮਸਜਿਦ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ। ਆਓ ਤੁਹਾਨੂੰ ਹੋਰ ਵੀ ਕੁਝ ਦਿਖਾਉਣਾ ਵਾ। ਬੜੀ ਜਲਦੀ ਫਿਰ ਤੁਹਾਡੇ ਕੋਲ ਵਿਦਾਇਗੀਆਂ ਲੈ ਲਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।